ਸਾਧ ਸੰਗਤ ਜੀ, ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ, ਅੱਜ ਦਾ ਵਿਸ਼ਾ ਦਰਵੇਸ਼ ਗੁਰੂ ਗੋਬਿੰਦ ਸਿੰਘ ਤੇ ਤੁਹਾਡੇ ਸਾਹਮਣੇ ਰੂਬਰੂ ਹੋਣਗੇ ਕਰਨਲ ਦਵਿੰਦਰ ਸਿੰਘ ਜੀ। ਕਰਨਲ ਦਵਿੰਦਰ ਸਿੰਘ ਜੀ ਦੇ ਬਾਰੇ ਕੋਈ ਜਾਣਕਾਰੀ ਦੇਣ ਦੀ ਲੋੜ ਨਹੀਂ, ਪਰ ਕੁਝ ਸੰਗਤਾਂ ਮੈਨੂੰ ਲੱਗਦਾ ਵੀ ਨਵੀਆਂ ਆਈਆਂ ਹਨ, ਉਹਨਾਂ ਦੀ ਜਾਣਕਾਰੀ ਲਈ ਥੋੜ੍ਹਾ ਜਿਹਾ ਦੱਸਣਾ ਚਾਹਾਂਗਾ। ਕਰਨਲ ਦਵਿੰਦਰ ਸਿੰਘ ਜੀ ਗਰੁੱਪ 99 ਦੇ ਫਾਊਂਡਰ ਮੈਂਬਰਾਂ ਵਿੱਚੋਂ ਹਨ। ਇੰਝ ਕਹਿ ਲਓ ਵੀ ਡਾਕਟਰ ਬਿਰਜਪਾਲ ਸਿੰਘ ਜੀ ਤੇ ਕਰਨਲ ਦਵਿੰਦਰ ਸਿੰਘ ਜੀ, ਇਹਨਾਂ ਦੀ ਸਰਪ੍ਰਸਤੀ ਥੱਲੇ ਹੀ ਇਹ ਗਰੁੱਪ ਚੱਲ ਰਿਹਾ। ਕਰਨਲ ਦਵਿੰਦਰ ਸਿੰਘ ਪ੍ਰੋਫੈਸ਼ਨ ਦੀ ਕਹਿਣ ਦੀ ਲੋੜ ਨਹੀਂ ਕਿ ਜਦੋਂ ਆਪਾਂ ਕਰਨਲ ਸਾਹਿਬ ਕਹਿ ਰਹੇ ਹਾਂ ਇਹਦਾ ਮਤਲਬ ਇਹਨਾਂ ਦੀ ਆਰਮੀ ਬੈਕਗਰਾਊਂਡ ਹੈ ਇਹਨਾਂ ਦੀ, ਪਰ ਉਸ ਤੋਂ ਬਾਅਦ ਜਿਸਲੇ ਉੱਥੋਂ ਫਾਰਗ ਹੁੰਦੇ ਆ ਤੇ ਇਹਨਾਂ ਨੂੰ ਗੁਰਮਤਿ ਦੀ ਜਿਹੜੀ ਗੁਰਤੀ ਹੈ ਇਹ ਬਚਪਨ ਚ ਮਿਲੀ, ਬਹੁਤ ਰੁਚੀ ਹੈ ਇਹਨਾਂ ਦੀ ਗੁਰਮਤਿ ਗੁਰਬਾਣੀ ਦੇ ਵਿਸ਼ਿਆਂ ਤੇ। ਗੁਰਬਾਣੀ ਦਾ ਇਹ ਬਹੁਤ ਗਹਿਰਾ ਅਧਿਐਨ ਕਰਦੇ ਰਹਿੰਦੇ ਹਨ ਤੇ ਡੂੰਘੀ ਸਮਝ ਹੈ ਇਹਨਾਂ ਨੂੰ। ਉਹਦਾ ਕਾਰਨ ਇਹ ਹੈ ਕਿ ਅਸੀਂ ਸਮਝਿਆ ਕਿ ਪਿਛਲੇ ਗਰੁੱਪ 99 ਦੇ ਵਿੱਚ ਇਹਨਾਂ ਨੇ ਗੁਰਮਤਿ ਤੇ ਗੁਰਬਾਣੀ ਦੇ ਨਾਲ ਸੰਬੰਧਿਤ ਬਹੁਤ ਸਾਰੇ ਵਿਸ਼ਿਆਂ ਤੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ, ਜਿਸ ਤਰ੍ਹਾਂ ਆਸਾ ਕੀ ਵਾਰ, ਸਿੱਧ ਗੋਸ਼ਟ, ਗੁਰਬਾਣੀ ਦਾ ਸਹੀ ਉਚਾਰਨ ਜਿਵੇਂ ਨਹੀਂ ਭੁੱਲਦਾ, ਇਹਨਾਂ ਵਿਸ਼ਿਆਂ ਤੇ ਇਹਨਾਂ ਨੇ ਗੱਲ ਕੀਤੀ ਸੀ। ਇਹ ਬੜੇ ਮਹਿੰਗੇ ਵਿਸ਼ੇ ਹਨ ਗੁਰਬਾਣੀ ਦੇ, ਖਾਸ ਕਰਕੇ ਗੁਰਬਾਣੀ ਦਾ ਸਹੀ ਸ਼ੁੱਧ ਉਚਾਰਨ, ਇਹਨਾਂ ਵਿਸ਼ਿਆਂ ਤੇ ਗੱਲ ਕੀਤੀ ਇਹਨਾਂ ਨੇ। ਸੋ ਇਹ ਤੁਹਾਡੀ ਅੱਜ ਇਸੇ ਤਰ੍ਹਾਂ ਹੀ ਜੋ ਅੱਜ ਦਾ ਵਿਸ਼ਾ ਹੈ ਆਪਣਾ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ, ਉਸ ਤੇ ਹੀ ਗੱਲ ਕਰਨਗੇ। ਜਿਹੜੇ ਬਾਦਸ਼ਾਹ ਦੇ ਪੈਰਾਮੀਟਰਸ ਨੇ ਕਿ ਉਹਦੇ ਉੱਤੇ ਗੁਰੂ ਸਾਹਿਬ ਪੂਰੇ ਉਤਰਦੇ ਨੇ ਅੱਜ ਦੇ ਸੰਦਰਭ ਵਿੱਚ। ਤਾਂ ਮੈਨੂੰ ਕਿਉਂਕਿ ਹੁਣ ਬਾਦਸ਼ਾਹ ਦੀ ਗੱਲ ਕਰੀਏ ਤੇ ਬਾਦਸ਼ਾਹ ਦੇ ਇੱਕ ਟੁਕੜੇ ਤੇ, ਜ਼ਮੀਨ ਦੇ ਟੁਕੜੇ ਤੇ ਆਪਣੀ ਪ੍ਰਭੂ ਸੱਤਾ ਹੁੰਦੀ ਹੈ, ਉਹਦੀਆਂ ਹੱਦਾਂ ਹੁੰਦੀਆਂ ਨੇ, ਔਰ ਉਸ ਤੋਂ ਇਲਾਵਾ ਬਾਦਸ਼ਾਹ ਆਪਣੀ ਰਿਆਇਆ ਤੋਂ ਮਾਲੀਆ ਲੈਂਦਾ ਹੈ। ਬਾਦਸ਼ਾਹ ਦੇ ਦਰਬਾਰੀ ਵੀ ਹੁੰਦੇ ਹਨ, ਬਾਦਸ਼ਾਹ ਦੇ ਆਪਣੇ ਇੱਕ ਸੈਨਿਕ ਹੁੰਦੇ ਹਨ ਜਿਨ੍ਹਾਂ ਨੂੰ ਉਹ ਬਕਾਇਦਾ ਹਰ ਮਹੀਨੇ ਤਨਖਾਹ ਦਿੰਦਾ ਹੈ। ਬਾਦਸ਼ਾਹ ਦਾ ਮਨ ਕਰੇ ਤਾਂ ਕਿਸੇ ਨਾ ਕਿਸੇ ਦੂਸਰੇ ਆਸ-ਪਾਸ ਦੇ ਜਿਹੜੇ ਰਾਜ ਨੇ ਉਹਨਾਂ ਤੇ ਚੜ੍ਹਾਈ ਵੀ ਕਰਦਾ ਹੈ। ਪਰ ਗੁਰੂ ਸਾਹਿਬ ਨੇ ਇਹਨਾਂ 'ਚ ਕੁਝ ਵੀ ਨਹੀਂ ਕੀਤਾ, ਇਹੋ ਜਿਹਾ ਕੋਈ ਕੰਮ ਨਹੀਂ ਕੀਤਾ। ਤਾਂ ਫਿਰ ਇਹ ਬਾਦਸ਼ਾਹ ਕਾਹਦੇ ਸਨ? ਕਿਵੇਂ ਕਹਿ ਸਕਦੇ ਹਾਂ ਕਿ ਅਸੀਂ ਬਾਦਸ਼ਾਹ ਸਨ? ਹਾਂ, ਉਹਨਾਂ ਦਾ ਠਾਠ ਪਾਠ ਜਿਹੜੇ ਸੀ ਉਹ ਬਾਦਸ਼ਾਹ ਵਰਗਾ ਸੀ, ਕਿਉਂਕਿ ਇਹ ਵਿਰਾਸਤ ਵਿੱਚ ਉਹਨਾਂ ਦੇ ਕੋਲ ਉਹਨਾਂ ਦੇ ਪੜਦਾਦੇ ਜੀ ਕੋਲੋਂ ਆ ਰਿਹਾ ਸੀ, ਦਾਦਾ ਜੀ ਕੋਲੋਂ ਆ ਰਿਹਾ ਸੀ ਨਾ, ਪੜਦਾਦਾ ਜੀ ਦਾਦਾ ਜੀ ਕੋਲੋਂ ਆ ਰਿਹਾ ਸੀ। ਤੋ ਇਹ ਲੋਕ ਸੌਰੀ, ਹੁਣ ਗੱਲ ਇਹ ਹੈ ਕਿ ਦਰਵੇਸ਼ ਤਾਂ, ਇਸ ਕਰਕੇ ਮੈਂ ਇਸ ਨੂੰ ਕੀ ਕਵਾਂ, ਤਾਂ ਮੈਂ ਆਪਣੇ ਮਨ ਦੇ ਵਿੱਚ ਇਹ ਮਹਿਸੂਸ ਕੀਤਾ ਕਿ ਮੈਂ ਇਸ ਤਰ੍ਹਾਂ ਅਗਰ ਇਹਦਾ ਅਰਥ ਕਰਾਂ ਕਿ ਉਹ ਦਰਵੇਸ਼ਾਂ ਦੇ ਬਾਦਸ਼ਾਹ ਸਨ, ਉਹ ਦਰਵੇਸ਼ਾਂ ਦੇ ਬਾਦਸ਼ਾਹ ਸਨ। ਬਾਕੀ ਉਹਨਾਂ ਦਾ ਜਿਹੜਾ ਕੰਮ ਹੈ ਉਹ ਅੱਗੇ ਚੱਲ ਕੇ ਅਸੀਂ ਦੇਖਾਂਗੇ। ਤੋ ਦਰਵੇਸ਼ ਜਿਹੜਾ ਸ਼ਬਦ ਹੈ ਇੱਕ ਫਾਰਸੀ ਦਾ ਸ਼ਬਦ ਹੈ, ਜਿਸ ਦੇ ਵਿੱਚ ਜਿਹੜੇ ਕਿ ਦੋ ਅੱਖਰਾਂ ਨਾਲ ਬਣਿਆ ਹੈ, ਦਰ ਪਲੱਸ ਆਵੇਜ਼। ਦਰ ਆਵੇਜ਼, ਦਰ ਆਵੇਜ਼ ਦਾ ਮਤਲਬ ਦਰ ਤੇ ਦਰਵਾਜ਼ਾ ਹੁੰਦਾ ਹੈ, ਆਵੇਜ਼ ਦਾ ਮਤਲਬ ਜਿਹੜਾ ਦਰਵਾਜ਼ੇ ਤੇ ਨਿੱਤ ਖੜਾ ਹੋਵੇ। ਤੋ ਇਹਦਾ ਧਾਰਮਿਕ ਅਰਥ ਇਹ ਹੋਏਗਾ ਕਿ ਉਹ ਪ੍ਰਾਣੀ ਜਿਹੜਾ ਪਰਮਾਤਮਾ ਦੇ ਦਰ ਤੇ ਹਮੇਸ਼ਾ ਹੀ ਮੌਜੂਦ ਰਹਿੰਦਾ ਹੈ। ਤੋ ਇਸ ਤੋਂ ਵੱਡਾ ਕੀ ਹੋ ਸਕਦਾ ਹੈ ਕਿ ਜਿਸ ਨੂੰ ਇਤਨੀ ਵੱਡਾ ਮਾਣ ਮਿਲ ਜਾਵੇ, ਇੰਨਾ ਵੱਡਾ ਰੁਤਬਾ ਹੋ ਜਾਵੇ, ਤੇ ਉਹ ਦਰਵੇਸ਼ ਤੋਂ ਘੱਟ ਤੇ ਨਹੀਂ ਹੋਏਗਾ। ਹੁਣ ਦਰਵੇਸ਼ ਦੀ ਜਿਹੜੀ ਪਰਿਭਾਸ਼ਾ ਹੈ, ਸ਼ੇਖ ਫਰੀਦ ਜੀ ਨੇ ਇੱਕੋ ਹੀ ਪੰਕਤੀ ਦੇ ਵਿੱਚ ਬੜੀ ਪਿਆਰੀ ਕਰ ਦਿੱਤੀ ਹੈ। ਉਹ ਕੀ ਹੈ? ਦਰਵੇਸ਼ਾਂ ਨੂੰ ਲੋੜੀਐ ਰੁੱਖਾਂ ਦੀ ਜੀਰਾਂਦ।
ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜਿਰਾਦ। ਮਤਲਬ ਇਹਦਾ ਕਿ ਦਰਵੇਸ਼ਾਂ ਦੇ ਕੋਲੋਂ ਕੀ ਅਸੀਂ ਆਸ ਕਰਦੇ ਹਾਂ? ਅਸੀਂ ਆਸ ਇਹ ਕਰਦੇ ਹਾਂ ਜਿਹੜੀ ਅਸੀਂ ਇੱਕ ਰੁੱਖ ਕੋਲੋਂ ਕਰਦੇ ਹਾਂ। ਰੁੱਖ ਕੋਲੋਂ ਕੀ ਹੈ? ਰੁੱਖ ਦੇ ਫਿਰਾਖ ਦਿਲੀ ਦੇਖੋ। ਰੁੱਖ ਹਰ ਤਰ੍ਹਾਂ ਦਾ ਝੱਖੜ ਸਹਿੰਦਾ ਹੈ, ਗਰਮੀ, ਸਰਦੀ, ਬਰਫ਼, ਬਾਰਿਸ਼। ਰੁੱਖ ਆਪਣੇ ਅੰਦਰ ਪਾਣੀ ਸਮੋਈ ਬੈਠਾ ਹੈ। ਰੁੱਖ ਛਾਂ ਦਿੰਦਾ ਹੈ। ਰੁੱਖ ਸਾਨੂੰ ਲੱਕੜਾਂ ਦਿੰਦਾ ਹੈ ਜਿਸ ਨੂੰ ਲੋੜ ਹੋਵੇ, ਔਰ ਕਦੀ ਸੀ ਤੱਕ ਨਹੀਂ ਕਰਦਾ। ਅਨੇਕ ਜੀਵ ਜੰਤੂ ਉਸ ਦੇ ਅੰਦਰ ਪਨਪਦੇ ਹਨ, ਬੈਠਦੇ ਹਨ, ਘੌਂਸਲੇ ਬਣਾਉਂਦੇ ਹਨ। ਰੁੱਖ ਸਾਨੂੰ ਫਲ ਦਿੰਦਾ ਹੈ, ਸਾਡੀਆਂ ਲੋੜਾਂ ਪੂਰੀਆਂ ਕਰਦਾ ਹੈ, ਮਗਰ ਆਪਣੇ ਲਈ ਤਾਂ ਕੁਝ ਵੀ ਨਹੀਂ ਮੰਗਦਾ। ਸੋ ਦਰਵੇਸ਼ ਇਸੇ ਤਰ੍ਹਾਂ ਦੇ ਹਨ। ਸਿਰਫ ਉਹ ਦੂਸਰਿਆਂ ਦੇ ਲਈ ਜਿਉਂਦੇ ਹਨ, ਦੂਸਰਿਆਂ ਦੇ ਭਲੇ ਲਈ ਵਿਚਰਦੇ ਹਨ, ਔਰ ਸਦਾ ਪਰਉਪਕਾਰੀ ਰਹਿੰਦੇ। ਜਿਹੜਾ ਵੀ ਪ੍ਰਾਣੀ ਦਰਵੇਸ਼ ਦੇ ਰੂਪ ਦੇ ਵਿੱਚ ਤੇ ਰੰਗ ਵਿੱਚ ਰੰਗਿਆ ਜਾਂਦਾ ਹੈ ਨਾ, ਉਹ ਸਹਿਜੇ ਸਹਿਜੇ ਪਰਮਾਤਮਾ ਦੇ ਗੁਣ ਗਾ ਕੇ ਉਹ ਪਰਮੇਸ਼ਰ ਵਰਗਾ ਹੀ ਹੋ ਜਾਂਦਾ ਹੈ। ਗੁਣ ਕਹਿ ਗੁਣੀ ਸਮਾਪਨਿਆਂ ਵਾਲੀ ਗੱਲ ਹੈ। ਔਰ ਜਦੋਂ ਤੱਕ ਗੁਣ ਨਹੀਂ ਹੋਣਗੇ, ਜਾਂ ਗੁਣਾ ਇੱਕ ਤਾਂ ਦੋ ਤਰ੍ਹਾਂ, ਇੱਕ ਤਾਂ ਜਿਹਦੀ ਤੁਸੀਂ ਭਗਤੀ ਕਰਦੇ ਹੋ ਉਸ ਦੇ ਗੁਣਾਂ ਤੋਂ ਪੂਰੀ ਤਰ੍ਹਾਂ ਜਾਣੂ ਹੋ। ਦੂਸਰਾ, ਤੁਹਾਡੇ ਆਪਣੇ ਅੰਦਰ ਵੀ ਕੁਝ ਐਸੇ ਗੁਣ ਹੋਣ ਕਿ ਤੁਸੀਂ ਉਹਨਾਂ ਗੁਣਾਂ ਨੂੰ ਪਹਿਚਾਨ ਕੇ ਉਸ ਨੂੰ ਯਾਦ ਕਰ ਸਕੋ। ਇਹਦੇ ਵਿੱਚ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤਾਂ ਕੋਈ ਕਮਾਲ ਹੀ ਨਹੀਂ ਹੈ, ਜਿਵੇਂ ਅਸੀਂ ਅੱਗੇ ਚੱਲ ਕੇ ਦੇਖਾਂਗੇ। ਇਹ ਭਗਤੀ ਪੱਖ ਜਿਸ ਦੀ ਅਸੀਂ ਗੱਲ ਕਰ ਰਹੇ ਹਾਂ, ਮੈਂ ਇਹ ਮਹਿਸੂਸ ਕੀਤਾ ਕਿ ਇਹ ਭਗਤੀ ਪੱਖ ਉਹਨਾਂ ਦੇ ਪਿਛਲੇ ਜਨਮ ਤੋਂ ਚੱਲ ਰਿਹਾ ਹੈ, ਜਿੱਥੇ ਉਹ ਆਪਣੀ ਕਥਾ ਦੇ ਵਿੱਚ, ਬਚਿੱਤਰ ਨਾਟਕ ਦੇ ਵਿੱਚ ਉਹ ਆਪ ਕਹਿ ਰਹੇ ਹਨ, ਹੇਮਕੁੰਡ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਭਤ ਹੈ ਤਹਾਂ, ਤੈ ਹਮ ਅਧਿਕ ਤਪੱਸਿਆ ਸਾਧੀ ਮਹਾਕਾਲ ਕਾਲ ਕਾ ਆਰਾਧੀ। ਤਪ ਹੀ ਕਰ ਰਹੇ ਸਨ ਨਾ ਉੱਥੇ, ਭਗਤੀ ਕਰ ਰਹੇ ਸਨ ਨਾ ਉੱਥੇ। ਤੋ ਇਸ ਪ੍ਰਸੰਗ ਬਹੁਤ ਲੰਬਾ ਹੈ, ਮੈਂ ਇਹਦੇ 'ਚ ਸਾਰਾ ਨਹੀਂ ਪੜਾਂਗਾ, ਪਰ ਇਹਦਾ ਸਾਰ ਇੰਚ ਇਹੀ ਹੈ ਕਿ ਤਪ ਕਰਦਿਆਂ ਉਹ ਪਰਮੇਸ਼ਰ ਨਾਲ ਇੱਕ ਰੂਪ ਹੋ ਗਏ। ਔਰ ਇਹ ਪੰਕਤੀ ਬੜੀ ਪਿਆਰੀ ਹੈ ਜਿਹੜੀ ਉਹਨਾਂ ਨੇ ਆਪ ਲਿਖੀ ਹੈ, ਦ્વੈਤੇ ਏਕ ਰੂਪ ਹੋਏ ਗਇਓ। ਦੋ ਰੂਪ ਸਨ, ਮੈਂ ਉਹਦੇ ਨਾਲ, ਪਰਮਾਤਮਾ ਦੇ ਨਾਲ ਇੱਕ ਹੋ ਗਿਆ। ਤਾਂ ਮੈਂ ਇਸ ਤਰ੍ਹਾਂ ਮਹਿਸੂਸ ਕਰਦਾ ਸੀਗਾ ਕਿ ਮੈਂ ਬਿਲਕੁਲ ਉਹਦੇ ਵਿੱਚ ਬਿਲਕੁਲ ਸਮਾ ਗਿਆ। ਤੋ ਇਸ ਆਨੰਦਮਈ ਹਾਲਤ ਦੇ ਵਿੱਚ ਜਦੋਂ ਗੁਰੂ ਸਾਹਿਬ ਉੱਥੇ ਕਰ ਰਹੇ ਸਨ, ਭਗਤੀ ਕਰ ਰਹੇ ਸਨ ਹੇਮਕੁੰਡ ਤੇ ਪਰਬਤ ਤੇ ਮੈਨੂੰ ਹੁਕਮ ਹੋਇਆ ਕਿ ਮੈਂ ਮਾਤਲੋਕ ਵਿੱਚ ਜਾਣਾ ਹੈ। ਤੇ ਗੁਰੂ ਅਕਾਲ ਪੁਰਖ ਨੇ ਮੈਨੂੰ ਸਮਝਾਇਆ ਤੇ ਮੈਨੂੰ ਇਹ ਸਪਸ਼ਟ ਮਿਸ਼ਨ ਦਿੱਤੀ ਕਿ ਤੁਸੀਂ ਮਾਤ ਲੋਕ ਵਿੱਚ ਜਾ ਕੇ ਇਹ ਕਰਨਾ ਹੈ। ਉਹ ਕੀ ਸੀ ਮਿਸ਼ਨ? ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪਰਚੁਰ ਕਰਬੇ ਕੋ ਸਾਜਾ, ਜਾਏ ਤਹਾਂ ਤੈ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ। ਹੁਣ ਪਰਮੇਸ਼ਰ ਜੀ ਨੇ ਸਮਝਾਇਆ ਕੀ ਸੀ? ਉਹਨੇ ਵੀ ਪ੍ਰਸ਼ਨ ਉੱਠਦਾ ਸੀ, ਮੇਰੇ ਮਨ 'ਚ ਉੱਠਦੇ, ਮੈਂ ਜੋ ਮੇਰੇ ਅੰਦਰ ਪ੍ਰਸ਼ਨ ਉੱਠਦੇ ਮੈਂ ਤੁਹਾਡੇ ਨਾਲ ਨਹੀਂ ਸਾਂਝਣ। ਕੀ ਸਮਝਾਇਆ ਸੀ? ਗੁਰੂ ਸਾਹਿਬ ਨੇ ਕਿਹਾ ਕਿ ਮੈਨੂੰ ਸਮਝਾਇਆ। ਕੀ ਸਮਝਾਇਆ ਸੀ? ਉਹਨਾਂ ਨੇ ਅੱਗੇ ਫਿਰ ਉਸੇ ਕਵਿਤਾ ਦੇ ਵਿੱਚ ਅੱਗੇ ਕਿਹਾ, ਜੋ ਮੈਂ ਕਵਿਤਾ ਦੇ ਰੂਪ ਵਿੱਚ ਨਹੀਂ ਦੱਸ ਰਿਹਾ ਕਿਉਂਕਿ ਬਹੁਤ ਲੰਬੀ ਗੱਲ ਹੈ। ਉਹਨਾਂ ਨੂੰ ਇਹ ਦੱਸਿਆ ਗਿਆ ਪਰਮਾਤਮਾ ਵੱਲੋਂ ਕਿ ਦੇਖੋ, ਮੈਂ ਅਨੇਕ ਦੇਵੀ ਦੇਵਤੇ, ਪੈਗੰਬਰ ਔਰ ਹੋਲੀ ਪੀਪਲ, ਪੀਰ ਫਕੀਰ ਦੁਨੀਆ ਤੇ ਭੇਜੇ ਹਨ, ਔਰ ਉਹਨਾਂ ਸਾਰਿਆਂ ਦਾ ਇੱਕ ਮਿਸ਼ਨ ਸੀ। ਪਰ ਉੱਥੇ ਜਾ ਕੇ ਉਹ ਸਭ ਕੁਝ ਭੁੱਲ ਭੁਲਾ ਗਏ। ਉਹਨਾਂ ਨੇ ਆਪਣੇ ਸਿੱਕੇ ਚਲਾਏ, ਆਪਣੇ ਨਾਮ ਨੂੰ ਜਪਾਇਆ, ਤਾਂ ਜੋ ਜਿਸ ਕੰਮ ਲਈ ਉਹਨਾਂ ਨੂੰ ਭੇਜਿਆ ਗਿਆ ਸੀ ਉਹਨਾਂ ਨੇ ਕੁਛ ਨਹੀਂ ਕੀਤਾ। ਤਾਂ ਮਨ ਪਿੱਛੇ ਕਰ ਜਾਂਦਾ ਹੈ ਤੇ ਇਹ ਵੀ ਖਿਆਲ ਕਰਦਾ ਹੈ। ਹੁਣ ਕ੍ਰਿਸ਼ਨ ਜੀ ਗੱਲ ਲੈ ਲਈਏ,
कृष्ण आप कहता है कि मैं सब कुछ कर रहा, मैं पालनहार हाँ, मैं सृष्टि का रचेता हाँ। तुसीं आपां देखिए ये महाभारत दे विच बड़ा स्पष्ट लिखा है। अगर असी क्रिश्चियनिटी वल जाइए तो जीसस क्राइस्ट भी यही कहता है कि मेरा पिता जिसने मैनू भेजिया है, मैं जो कुछ उसनू कहा वो करेगा। तो यही समझो कि जिवें मैं रब हाँ। कई लोग जीसस क्राइस्ट नू रब ही मनते हैं। मुहम्मद साहब की गल कर लीए, वो भी तो यही कहते हैं। उहदे नाल दी एक स्पष्ट वेरी बिल्कुल टू द पॉइंट उन्होंने गल कही कि उन्होंने जिहड़ा कलमा है उहदे च आंदा है मुहम्मद उल रसूल अल्लाह। रसूल अल्लाह दे होण करके मुहम्मद साहब ने ये प्रचार किया कि जिसने मैनू प्यार किया उसने अल्लाह की मेहरबानी प्राप्त कर लई। सो इस करके तुसी मेरे नाल जुड़ो। उन्हें अल्लाह नाल नहीं जोड़िया, जो मैं कहना हाँ वो करो। इस्लाम के उत्ते मैं बहुत कुछ पढ़िया है, लिखा है। पहले मैनू मन आया सीगा कि चलो मैं इस ते गल इस्लाम की गल कर ला, पर मैं महसूस किया कि उहदे च बहुत सारिया ऐसिया गल्लां हैं जो सानू मैनू या तुहानू सारिਆਂ ਨੂੰ ਜਿਹੜੇ ਵੀ ਅੰਮ੍ਰਿਤਧਾਰੀ ने उन्होंने वर्जित ने। गुरु साहब ने बड़ा स्पष्ट किया है कि किसी धर्म की निखेधी नहीं करनी, जो जिवें जिवें हैगे ने उस तरह। पर उहदे विच मैनू बहुत सारिया ऐसिया गल्लां देखियां जिहड़ियां जिस तो बगैर वो गल बनती नहीं सी। तो इस करके मैं उन्होंने टच नहीं करना कीता ते ना ही करांगा। सो इस मिशन जिहड़ी मैं कही है कि जाके जिहड़ी कुबुद्ध करन वालियां नूं हटाओ ते जिहड़ा अधर्मी है, अधर्म है उहदा धर्म उहनूं उहदा नाश करो ते धर्म की स्थापना करो। हुण धर्म की स्थापना या कुबुद्ध वाले हटाण नूं जिन्हों असी अपनी भाषा च कहने सोधना, तो सोधना पएगा उन्होंने। तो सोधन दे विच की आंदा है? बादशाहत वाला जिहड़ा एक सैनापति वर्गा करैक्टर होना है उहदे च। तो पर फिर मेरे मन च भी ख्याल आया कि महाराज बड़े आराम नाल अपनी तप विच बैठे सन, बड़े मस्त सन। उन्हां दी सुरत जिहड़ी सी परमेश्वर विच खुबी होई सी। फिर परमेश्वर ने उन्हां नूं क्यों चुनिया इस काम दे लई? हालांकि ये एक सैनापति का काम सी ते उन्हां नूं उस वेले ते सैनापति नहीं सन। तो कबीर जी की पंक्ति मैनू याद आई कि सत्र सै सलार है जाकै, 1.25 लाख पे कांबर ताकै, शेख जो कहिए कोट 88, 56 कोट जाके खेल खासी। जिस दे दरबार दे विच 7000 सलार सिपा सलार बैठे हैं उहदी हजूरी दे विच, और कितने 1.25 लाख ते पैगंबर उत्थे बैठे हैं। नो इन्ने सारे पहुंचे हुए शख्सियतां उत्थे बैठियां हैं ते गुरु गोबिंद सिंह पातशाह जी नूं तप करदिआं नूं उठा के ते उन्होंने भेजिया है। इहदे च की रमज की है? उत्थों किसी भी सिपा सलार नूं भेज सकते सी, पर नहीं। गल इस तरह है कि जिसनूं सैनिक बल दिता जाता है ना, वो एक ही बिकम्स ए टायरेंट। और उहदे विच वो जिहड़ा दया वाला अंश है ना, वो नहीं हुंदा और ना ही वो आ सकता है, क्योंकि उसनूं एक मिशन दिती गई है कि तू जिहड़े भी इहो जिहे आदमी देखें, इहो जिहे लोग देखें जो मेरा नाम नहीं लेंदे या जो मेरे हुक्म के अनुसार नहीं काम करते या जो धर्मी नहीं हैं, उन्हें खत्म करो। मगर इत्थे एक ऐसे व्यक्ति की लोड़ सी जो दरवेश सी। दरवेशी तो बाद अगर वो काम प्यार मुहब्बत नाल नहीं हुंदा तो फिर ही तलवार चुकनी। और यही गल गुरु साहब ने अपने
ਜ਼ਫਰਨਾਮੇ ਦੇ ਵਿੱਚ ਬੜੀ ਸ਼ਾਨਦਾਰ ਲਿਖੀ ਹੈ। ਬੜੀ ਇਹੀ ਉਹਨਾਂ ਦਾ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਉਹਨਾਂ ਨੇ ਫੋਲੋ ਕੀਤਾ ਹੈ। ਚੂੰਕਾਰ ਅਜ਼ ਹਮਾ ਖੀਲ ਤੇ ਦਰਗੁਜ਼ਸ਼ਤ ਹਲਾਲ ਅਸਤ ਬੁਰਦਨ ਬਾਦ ਬਾਸ਼ਮ ਸ਼ੀਰ ਦਸਤ। ਜਦੋਂ ਸਾਰੇ ਤਰੀਕੇ, ਸਾਰੇ ਢੰਗ ਪਿਆਰ ਮੁਹੱਬਤ ਵਾਲੇ ਕਿਸੇ ਨੂੰ ਆਪਣੇ ਰਾਹ ਤੇ ਲਿਆਉਣ ਦੇ ਲਈ ਖਤਮ ਹੋ ਜਾਣ ਤਾਂ ਫਿਰ ਭਾਈ ਤਲਵਾਰ ਚੁੱਕਣੀ ਜਾਇਜ਼ ਹੈ। ਹੁਣ ਇਹਦੇ 'ਚ ਪਹਿਲਾ ਜਿਹੜਾ ਪਾਠ ਜਿਹੜਾ ਮੈਂ ਬੇਨਤੀ ਕੀਤੀ ਹੈ, ਇਹ ਉਹਨਾਂ ਸਿਪਾਹ ਸਲਾਰਾਂ ਵਿੱਚ ਨਹੀਂ ਹੋਣਾ ਸੀ ਜੇ ਉਸ ਦੇ ਦਰਬਾਰ ਦੇ ਵਿੱਚੋਂ ਕਿਸੇ ਨੂੰ ਭੇਜਿਆ ਜਾਂਦਾ, ਜਾਂ ਉਸ ਪੈਗੰਬਰ ਵਿੱਚ ਨਹੀਂ ਹੋਣਾ ਸੀ ਸੂਰਮਗਤੀ ਦਾ ਜਿਹੜਾ ਅੰਸ਼ ਹੈ। ਇਸ ਕਰਕੇ ਗੁਰੂ ਸਾਹਿਬ ਨੇ ਇਹ ਸਾਨੂੰ ਦੱਸਿਆ ਔਰ ਪਰਮਾਤਮਾ ਨੇ ਇਹਨਾਂ ਦੀ ਚੋਣ ਕੀਤੀ। ਅਜੇ ਤੱਕ ਮੈਂ ਉਹਨਾਂ ਦੀ ਭਗਤੀ ਭਗਤੀ ਨਹੀਂ ਆਇਆ, ਤੇ ਹੁਣ ਮੈਂ ਆਉਣਾ। ਹੁਣ ਇਹ ਗੱਲ ਜਿਹੜੀ ਹੈ ਨਾ, ਜਿਹੜੀ ਮੈਂ ਬੇਨਤੀ ਕੀਤੀ ਹੈ ਕਿ ਭਗਤੀ ਤੇ ਸ਼ਕਤੀ, ਇਹ ਦੋਨੋਂ ਜਿਹੜੀਆਂ ਗੱਲਾਂ ਹਨ ਇਹ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਹੀ ਚਲੀਆਂ ਆ ਰਹੀਆਂ ਹਨ। ਸਿਰਫ ਫਰਕ ਇਤਨਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੇਲੇ ਭਗਤੀ ਪ੍ਰਦਰਸ਼ਿਤ ਸੀ ਤੇ ਸ਼ਕਤੀ ਜਿਹੜੀ ਸੀ ਨਾ ਉਹ ਛੁਪੀ ਹੋਈ ਸੀ। ਇੱਕ ਜਗ੍ਹਾ ਗੁਰੂ ਸਾਹਿਬ ਨੇ ਦਿਖਾਈ ਸੀ ਜਦੋਂ ਉਹਨਾਂ ਨੇ ਬਾਬਰ ਨੂੰ ਜਾਬਰ ਕਿਹਾ ਸੀਗਾ, ਜਿਹੜਾ ਹਿੰਦੁਸਤਾਨ ਦਾ ਸ਼ਹਿਨਸ਼ਾਹ ਸੀ, ਉਸ ਨੂੰ ਜਾਬਰ ਉਹਦੇ ਮੂੰਹ ਤੇ ਕਹਿ ਦੇਣਾ ਇਹ ਕੋਈ ਛੋਟੀ ਜਿਹੀ ਗੱਲ ਤੇ ਹੈ ਨਹੀਂ। ਇਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਨੇ ਵੀ ਤੇ ਜਹਾਂਗੀਰ ਨੂੰ ਕਿਹਾ ਸੀ ਨਾ ਕਿ ਤੇਰੀ ਤਲਵਾਰ ਉਦੋਂ ਕਿਉਂ ਨਹੀਂ ਉੱਠੀ, ਅੱਜ ਕਿਉਂ ਫਕੀਰਾਂ ਤੇ ਉੱਠ ਰਹੀ ਹੈ। ਇਹ ਵੀ ਗੱਲ ਤੇ ਗੁਰੂ ਅਮਰਦਾਸ ਜੀ ਦੀ ਗੱਲ ਲਈਏ ਤੇ ਜਦੋਂ ਉਹਨਾਂ ਨੇ ਅਕਬਰ ਨੇ ਉਹਨਾਂ ਨੂੰ ਬੁਲਾ ਭੇਜਿਆ ਤੇ ਉਹਨਾਂ ਨਾ ਕਰਤੀ, ਨਹੀਂ ਜਿੰਨੇ ਨਾ ਆਸ ਕੇ ਮਿਲਣਾ ਮੈਨੂੰ ਆ ਕੇ ਇੱਥੇ ਮਿਲੇ, ਫਕੀਰਾਂ ਦਾ ਕੀ ਕੰਮ ਰਾਜ ਦਰਬਾਰਾਂ ਦੇ ਵਿੱਚ। ਸੋ ਇਹ ਇੰਡੀਕੇਸ਼ਨ ਸਾਨੂੰ ਮਿਲਦੀ ਹੈ ਕਿ ਉਦੋਂ ਤੱਕ ਇਹ ਫਕੀਰ ਜਿਹੜੀ ਜਿਹਨੂੰ ਅਸੀਂ ਅੱਜ ਮੀਰੀ ਕਹਿੰਦੇ ਹਾਂ ਜਾਂ ਸ਼ਕਤੀ ਦਾ ਪੱਖ ਹੈ, ਉਹ ਛੁਪਿਆ ਹੋਇਆ ਸੀ। ਔਰ ਭਗਤੀ ਦਾ ਜਿਹੜਾ ਅਰੂਜ਼ ਸੀ, ਜ਼ਿਨਤ ਜਿਹਨੂੰ ਕਹਿੰਦੇ ਆ, ਉਹ ਗੁਰੂ ਅਰਜਨ ਪਾਤਸ਼ਾਹ ਦੇ ਵੇਲੇ ਹੋਇਆ। ਔਰ ਇਹ ਸਾਬਤ ਉਹਨਾਂ ਦੀ ਸ਼ਹੀਦੀ ਨੇ ਕਰ ਦਿੱਤਾ ਕਿ ਅੱਜ ਭਗਤੀ ਦਾ ਜਿਹੜਾ ਆਪਣੀ ਸ਼ਕਤੀ ਹੈ ਉਹ ਦੂਸਰੀ ਸ਼ਕਤੀ ਨਾਲੋਂ ਕਿਤੇ ਜ਼ਿਆਦਾ ਸ਼ਕਤੀਵਾਨ ਹੈ। ਉਸ ਤੋਂ ਬਾਅਦ ਉਹਨਾਂ ਨੇ ਆਪ ਹੀ ਹੁਕਮ ਕੀਤਾ ਸੀ ਕਿ ਹਾਂ ਹੁਣ ਮੇਰੇ ਜਿਹੜੇ ਸਿੱਖ ਨੇ ਹੁਣ ਗੁਰੂ ਨਾਨਕ ਦੇ ਨਾਮ ਲੇਵਾ ਨੇ ਉਹ ਤਲਵਾਰ ਵੀ ਸੰਭਾਲ ਸਕਦੇ ਹਨ, ਕਿਉਂਕਿ ਉਹਨਾਂ ਦੇ ਕਰੈਕਟਰ ਦੇ ਵਿੱਚ ਉਹ ਦਰਵੇਸ਼ਪੁਣਾ, ਉਹ ਗੁਣ, ਰੱਬੀ ਗੁਣ, ਦਇਆ ਦੇ, ਪਿਆਰ ਦੇ, ਪ੍ਰੇਮ ਦੇ, ਸਹਿਨਸ਼ੀਲਤਾ ਦੇ ਆ ਗਏ ਹਨ। ਉੱਥੋਂ ਫਿਰ ਇਹ ਗਿਆਨ ਖੜਕ ਜਿਹੜੀ ਪਿੱਛੋਂ ਚੱਲ ਰਹੀ ਸੀ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ, ਉਦੋਂ ਫਿਰ ਉਹਨਾਂ ਨੇ ਮੀਰੀ ਦੀ ਜਿਹੜੀ ਪ੍ਰਥਾ ਸ਼ੁਰੂ ਹੋਈ। ਅੱਗੇ ਹੁਣ ਅਸੀਂ ਜੇ ਗੱਲ ਕਰੀਏ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਪਰਮਾਤਮਾ ਪ੍ਰਤੀ ਕੀ ਵਿਚਾਰ ਸਨ। ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਮੂਲ ਮੰਤਰ ਦੀ ਦਾਤ ਬਖਸ਼ੀ ਤੇ ਉਹਦੇ ਵਿੱਚ ਅਕਾਲ ਪੁਰਖ ਤੇ ਵਾਹਿਗੁਰੂ ਦੇ ਸਰੂਪ ਨੂੰ ਵਿੱਢਣ ਦਾ ਯਤਨ ਕੀਤਾ ਔਰ ਚੰਗਾ ਬਹੁਤ ਕਮਾਲ ਦਾ ਕੀਤਾ ਹੈ। ਕਿਉਂਕਿ ਮੈਂ ਜਿੰਨੇ ਵੀ ਹੋਰ ਧਰਮਾਂ ਦੀ ਗੱਲ ਕੀਤੀ ਹੈ, ਇਹੋ ਜਿਹਾ ਸਪਸ਼ਟ ਤੇ ਟੂ ਦੀ ਪੁਆਇੰਟ ਹੋਰ ਕਿਸੇ ਨੇ ਵੀ ਪਰਮਾਤਮਾ ਦੀ ਗੱਲ ਨਹੀਂ ਕੀਤੀ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸੇ ਚੀਜ਼ ਨੂੰ ਆਪਣੇ ਜਾਪ ਸਾਹਿਬ ਦੇ ਪਹਿਲੇ ਪਦੇ ਵਿੱਚ ਸਮਝਾਇਆ ਹੈ। ਚੱਕਰ ਚਿੰਨ ਅਰ ਬਰਨ ਜਾਤ ਅਰ ਪਾਤ ਨਹਿੰਜੇ। ਵਾਹਿਗੁਰੂ ਦੀ ਗੱਲ ਕਰ ਰਹੇ। ਰੂਪ ਰੰਗ ਰੇਖ ਪੇ ਕੋ ਕਹਿ ਨਾ ਸਕਤ ਕੇ ਅਚਲ ਮੂਰਤਿ ਅਨੁਭਵ ਪ੍ਰਕਾਸ਼ ਅਮਤੋਜ ਕਹੀਜੇ। ਔਰ ਇਹ ਸਾਰਾ ਕਰਕੇ
ਸਾਰੀ ਗੱਲ ਜਿਹੜੀ ਕਹੀ ਹੈ ਉਹਨਾਂ ਨੇ ਹੂ ਬਹੂ ਅਸੀਂ ਦੇਖਿਆ ਜਾਵੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਿਹੜੀ ਫਿਲਾਸਫੀ ਹੈ, ਜੋ ਉਹਨਾਂ ਦੀ ਆਈਡੀਓਲੋਜੀ ਹੈ, ਬਿਲਕੁਲ ਉਹਦੇ ਤੇ 100% ਪੂਰੀ ਤਰ੍ਹਾਂ ਉਤਰਦੀ ਹੈ। ਹੁਣ ਇਹ ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਅੰਦਰ ਪ੍ਰਭੂ ਪ੍ਰੇਮ, ਵਾਹਿਗੁਰੂ ਦਾ ਪ੍ਰੇਮ ਜਿਹੜਾ ਜਾਗਰਿਤ ਸੀ, ਜੋ ਮੈਂ ਕਿਹਾ ਪਿੱਛੋਂ ਆ ਰਿਹਾ ਹੈ ਉਹਨਾਂ ਦੇ ਹੇਮਕੁੰਡ ਦੇ ਪੀਰੀਅਡ ਤੋਂ, ਉਹਨਾਂ ਦੇ ਬਦੌਲਤ ਹੀ ਉਹਨਾਂ ਨੇ ਜੋ ਕੁਝ ਵੀ ਲਿਖਿਆ ਹੈ ਉਸ ਦੇ ਵਿੱਚ ਉਹਨਾਂ ਨੇ ਪਰਮਾਤਮਾ ਨੂੰ, ਵਾਹਿਗੁਰੂ ਨੂੰ ਅਨੇਕ ਨਾਮਾਂ ਨਾਲ ਸੰਬੋਧਨ ਕੀਤਾ ਹੈ। ਔਰ ਗੁਰੂ ਆਸਾ ਰਾਗ ਦੇ ਵਿੱਚ ਇੱਕ ਪੰਕਤੀ ਆਂਦੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੀ, ਤੇਰੇ ਨਾਮ ਅਨੇਕਾਂ ਰੂਪ ਅਨੇਕਾਂ, ਕਹਿਣ ਨਾ ਜਾਏ ਤੇਰੀ ਗੁਣ ਕੀਤੇ। ਹੁਣ ਸਾਰੇ ਹੀ ਪਰਮੇਸ਼ਰ ਦੇ ਨਾਮ ਗੁਣਵਾਚੀ ਨੇ, ਕਰਮਵਾਚੀ ਨੇ, ਭਾਵਵਾਚੀ ਨੇ। ਤਾਂ ਹੁਣ ਇਹਨਾਂ ਦੇ ਉੱਤੇ ਅਨੇਕ ਹਨ, ਇਹਨਾਂ ਨੂੰ ਉਹਨੇ ਗਿਣਤੀ ਵਿੱਚ ਨਹੀਂ ਆ ਸਕਦੀ। ਪਰ ਯਕੀਨ ਜਾਣੋ ਕਿ ਕਿਸੇ ਵੀ ਹੋਰ ਪ੍ਰੋਫਿਟ ਨੇ ਜਾਂ ਜੋ ਕੁਝ ਵੀ, ਜੋ ਦੂਸਰੇ ਧਰਮਾਂ ਦਾ ਕੋਈ ਜੋ ਵੀ ਹੈਡ ਆਇਆ ਹੈ, ਉਹਨੇ ਇਤਨੇ ਨਾਮ ਨਹੀਂ, ਠੀਕ ਹੈ ਜੀ, ਉਤਨੇ ਇੰਨੇ ਨਾਮ ਕਦੀ ਵੀ ਨਹੀਂ ਦੱਸੇ। ਇਸਲਾਮ ਸਿਰਫ 100 ਨਾਮ ਦੀ ਗੱਲ ਕਰਦਾ ਹੈ, 100। ਇਸ ਤੋਂ ਇਲਾਵਾ ਉਹਨਾਂ ਨੂੰ 101ਵਾਂ ਨਾਮ ਆਉਂਦਾ ਹੀ ਨਹੀਂ ਹੈ। ਪਰ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਜਾਪ ਸਾਹਿਬ ਦੇ ਵਿੱਚ ਹੀ 700 ਨਾਮ ਪਰਮੇਸ਼ਰ ਦੇ ਗਿਣ ਦਿੱਤੇ। ਹੁਣ ਨਵੇਂ ਨਾਮ ਜਿਹੜੇ ਨੇ ਬਣਾਉਣੇ ਕਿੰਨੇ ਔਖੇ ਨੇ, ਬੜੇ ਹੀ ਔਖੇ ਨੇ। ਉਦੋਂ ਹੀ ਬਣਨਗੇ, ਉਦੋਂ ਹੀ ਤੁਹਾਡੇ ਜ਼ਿਹਨ ਵਿੱਚ ਆਉਣਗੇ ਜਦੋਂ ਤੁਸੀਂ ਜਾਂ ਤਾਂ ਆਪਣੇ ਇਸ਼ਟ ਦੇ ਪੂਰੀ ਜਾਣਕਾਰੀ ਰੱਖਦੇ ਹੋ, ਉਸ ਨੂੰ ਪੂਰੀ ਤਰ੍ਹਾਂ ਸਮਝਦੇ ਹੋ, ਤਾਂ ਹੀ ਆਉਣਗੇ, ਤੇ ਜਾਂ ਫਿਰ ਤੁਸੀਂ ਉਸ ਨਾਲ ਇਤਨਾ ਪਿਆਰ ਕਰਦੇ ਹੋ ਕਿ ਤੁਹਾਡੇ ਆਪ ਮੁਹਾਰੇ ਮੂੰਹ ਦੇ ਵਿੱਚੋਂ ਕੁਛ ਨਾ ਕੋਈ ਨਿਕਲਦਾ ਹੈ, ਕੋਈ ਨਾਮ ਨਿਕਲਦੇ ਹਨ। ਮਾਤਾ ਇਸੇ ਤਰ੍ਹਾਂ ਕਰਦੀ ਨੇ। ਮਾਂ ਛੋਟੇ ਜਿਹੇ ਬੱਚੇ ਨੂੰ ਆਪਣੇ ਨੂੰ ਦੇਖਦੀ ਹੈ, ਬੱਚਾ ਖੇਲ ਰਿਹਾ ਹੈ, ਬੜਾ ਖੁਸ਼ ਹੈ, ਮਾਂ ਵੀ ਖੁਸ਼ ਹੈ। ਤੋ ਕੰਮਕਾਰ ਕਰਦੀ ਕਰਦੀ ਮਾਂ ਕਈ ਵਾਰੀ ਉਸ ਨੂੰ ਕਈ ਨਾਵਾਂ ਨਾਲ ਬੁਲਾਉਂਦੀ ਹੈ ਜਿਹਦਾ ਕੋਈ ਮਤਲਬ ਨਹੀਂ ਹੁੰਦਾ। ਉਹਦਾ ਜਿਹੜਾ ਆਪਣਾ ਨਾਮ ਹੈ ਉਸ ਤੋਂ ਇਲਾਵਾ ਹਟ ਕੇ ਵੀ ਕਈ ਨਾਵਾਂ ਨਾਲ ਬੁਲਾਉਂਦੀ। ਇਹ ਪ੍ਰੇਮ ਦਾ ਇੱਕ ਪ੍ਰਗਟਾਵਾ ਹੈ। ਸੋ ਗੁਰੂ ਮਹਾਰਾਜ ਦੇ ਨੇ ਅਨੇਕ ਨਾਮ ਪਰਮਾਤਮਾ ਦੇ ਲਿਖੇ, ਔਰ ਬਿਊਟੀ ਔਰ ਉਸ ਦੀ ਖੂਬਸੂਰਤੀ ਹੈ ਜਿਸ ਦੇ ਵੱਲ ਮੈਂ ਹੁਣ ਆ ਰਿਹਾ ਹਾਂ ਕਿ ਕਈ ਨਾਮ ਉਹਨਾਂ ਨੇ ਪੰਜਾਬੀ ਦੇ ਵਿੱਚੋਂ ਲਏ, ਸੰਸਕ੍ਰਿਤ ਵਿੱਚੋਂ ਲਏ, ਫਾਰਸੀ ਵਿੱਚੋਂ ਲਏ, ਹਿੰਦੀ ਵਿੱਚੋਂ ਲਏ, ਅਰਬੀ ਵਿੱਚੋਂ ਲਏ। ਹੁਣ ਆਪਾਂ ਦੇਖੀਏ, ਮੈਂ ਇਹਦੇ ਐਗਜ਼ਾਮਪਲ ਦੇਣਾ ਵਾਂ। ਕਈ ਨਾਂ ਉਹਨਾਂ ਨੇ ਆਪ ਘੜੇ ਭਾਸ਼ਾਵਾਂ ਨੂੰ ਆਪਸ ਦੇ ਵਿੱਚ ਜੋੜ ਕੇ ਅਰਬੀ ਤੇ ਫਾਰਸੀ ਦਾ ਸ਼ਬਦ ਨੂੰ ਜੋੜ ਕੇ ਇੱਕ ਨਵਾਂ ਨਾਂ ਦਿੱਤਾ, ਇੱਕ ਨਵਾਂ ਗੁਣ ਦਿੱਤਾ, ਕਰੈਕਟਰ ਦਿੱਤਾ। ਸੰਸਕ੍ਰਿਤ ਨੂੰ ਅਰਬੀ ਦੇ ਨਾਲ ਜੋੜ ਕੇ ਇੱਕ ਨਵਾਂ ਰੂਪ ਦਿੱਤਾ। ਇਹੋ ਜਿਹੇ ਸਾਨੂੰ ਗੁਰੂ ਜਾਪ ਸਾਹਿਬ ਦੇ ਵਿੱਚ ਕੋਈ 49-50 ਦੇ ਕਰੀਬ ਇਹੋ ਜਿਹੇ ਸ਼ਬਦ ਮਿਲਦੇ ਹਨ। ਮੈਂ ਸਾਰੇ ਨਹੀਂ ਡਿਸਕਸ ਕਰ ਸਕਦਾ, ਨਾ ਹੀ ਉਹਨਾਂ ਦਾ ਦੱਸ ਸਕਦਾ। ਕੁਝ ਮੈਂ ਆਪ ਦੇ ਕੋਲ ਵੰਨਗੀ ਮਾਤਰ ਆਪ ਜੀ ਦੇ ਨਾਲ ਸਾਂਝਾ ਕਰਦਾ। ਪਹਿਲਾ ਆਉਂਦਾ ਹੈ ਨਿਰਬਾਮੇ, ਨਮਸਤੰ ਨਿਰਬਾਮੇ। ਨਿਰੇ ਬਾਮੇ, ਬਾਮ ਦਾ ਮਤਲਬ ਹੁੰਦਾ ਹੈ, ਸੰਸਕ੍ਰਿਤ ਦਾ ਲਫ਼ਜ਼ ਵੀ ਹੈ ਤੇ ਫਾਰਸੀ ਦਾ ਲਫ਼ਜ਼ ਵੀ ਹੈ। ਸੰਸਕ੍ਰਿਤ ਦੇ ਵਿੱਚ ਇਸ ਨੂੰ ਇਸਤਰੀ ਕਹਿੰਦੇ ਨੇ ਜਾਂ ਮਾਇਆ ਕਹਿ ਸਕਦੇ ਹਾਂ, ਕਿਉਂਕਿ ਮਾਇਆ ਦਾ ਅਕਸਰ ਇਸਤਰੀ ਰੂਪ ਪਤਾ ਨਹੀਂ ਕਿਵੇਂ ਅਕਸਰ ਕਿਹਾ ਜਾਂਦਾ ਹੈ।
ਤੇ ਪਰਸ਼ੀਅਨ ਦੇ ਵਿੱਚ ਬਾਮ ਦਾ ਅਰਥ ਹੈ ਛੱਤ। ਸੋ ਅਰਥ ਇਹ ਬਣਦਾ ਹਨ ਕਿ ਜਿਸ ਤੇ ਕੋਈ ਜੋ ਮਾਇਆ ਤੋਂ ਰਹਿਤ ਹੈ ਜਾਂ ਜਿਸ ਦੀ ਕੋਈ ਇਸਤਰੀ ਨਹੀਂ ਹੈ। ਤੇ ਜੇ ਫਾਰਸੀ ਵਾਲਾ ਦੇਖੀਏ ਤਾਂ ਇਹਦਾ ਅਰਥ ਨਿਕਲਦਾ ਕਿ ਉਸ ਦੇ ਉੱਤੇ ਕੋਈ ਛੱਤ ਨਹੀਂ ਹੈ, ਯਾਨੀ ਕਿ ਉਹ ਕੋਈ ਘਰ ਬਣਾ ਕੇ ਨਹੀਂ ਕਿਤੇ ਬੈਠਾ ਹੋਇਆ, ਜਿਵੇਂ ਕਿ ਇਸਲਾਮ ਵਾਲੇ ਮੰਨਦੇ ਹਨ। ਹੁਣ 3 ਸ਼ਬਦ ਜਿਹੜੇ ਮੈਂ ਚੁਣੇ ਉਹ ਹਨ ਅਰਬੀ ਦੇ। ਅਮੀਕ ਹੈ, ਰਫੀਕ ਹੈ ਤੇ ਆਜਿਜ਼। ਅਮੀਕ ਦਾ ਮਤਲਬ ਹੈ ਗਹਿਰਾ, ਰਫੀਕ ਦਾ ਮਤਲਬ ਮਿੱਤਰ, ਤੇ ਆਜਿਜ਼ ਹੈ ਜਿਹੜਾ ਆਤੁਰ ਹੋਵੇ। ਹੁਣ ਫਾਰਸੀ ਦੇ ਦੇਖ ਲਈਏ ਆਪਾਂ। ਆਜ਼ਾਦ ਹੈ, ਇੱਕ ਜਗ੍ਹਾ ਮੁਦਾਮੇ ਆਇਆ ਹੈ, ਮੁਦਾਮੇ ਇਹ ਫਾਰਸੀ ਦੇ ਲਫ਼ਜ਼ ਨਾ। ਹੁਣ ਜਦੋਂ ਮਿਲਾ ਕੇ ਦੇਖੋ ਜੁੜਵੇਂ ਜਿਹੜੇ ਅੱਖਰ ਨੇ ਉਹ ਕਿਸ ਤਰ੍ਹਾਂ ਉਹਨਾਂ ਨੇ ਬਣਾਏ ਔਰ ਕਿਤਨੇ ਪਿਆਰੇ ਬਣੇ ਹਨ ਕਿ ਰੋਜ਼ੀ ਰਜ਼ਾਕੇ, ਕਿ ਰੋਜ਼ੀ ਰਜ਼ਾਕੇ, ਰੋਜ਼ੀ ਫਾਰਸੀ ਦਾ ਲਫ਼ਜ਼, ਰਜ਼ਾਕੇ ਅਰਬੀ ਦਾ ਲਫ਼ਜ਼। ਅਰਥ ਹਨ ਰੋਜ਼ੀ ਦੇਣ ਵਾਲਾ। ਇਸੇ ਤਰ੍ਹਾਂ ਇੱਕ ਸ਼ਬਦ ਹੈ ਹਮੇਸ਼ੁਲ ਸਲਾਮੇ। ਹਮੇਸ਼ੋ ਫਾਰਸੀ ਹੈ, ਸਲਾਮੇ ਅਰਬੀ ਹੈ। ਇਹ ਸਾਰੇ ਪਰ ਉੱਥੇ ਆਏ ਹਨ ਜਾਪ ਸਾਹਿਬ ਦੇ ਵਿੱਚ। ਮੈਂ ਆਪਣੇ ਕੋਲੋਂ ਮੈਂ ਕੁਝ ਨਹੀਂ ਕਹਿ ਰਿਹਾ। ਇਸੇ ਤਰ੍ਹਾਂ ਕਾਰਨ ਕੁਨਿੰਦ ਹੈ। ਕਾਰਨ ਸੰਸਕ੍ਰਿਤ ਹੈ, ਜਿਸ ਦਾ ਅਸੀਂ ਕਹਿੰਦੇ ਹਾਂ ਕਿ ਕਾਜ਼ ਐਂਡ ਇਫੈਕਟ, ਕੀ ਕਾਰਨ। ਕੁਨਿੰਦ ਮਤਲਬ ਫਾਰਸੀ ਦਾ ਹੈ, ਇਸ ਦਾ ਉਹਦਾ ਜਿਹੜਾ ਅੱਗੋਂ ਰਿਜ਼ਲਟ, ਉਹਦਾ ਕਾਰਨ ਤੋਂ ਜੋ ਕੁਝ ਬਣਦਾ ਹੈ ਉਹਦੀ ਗੱਲ ਕਰਦੇ ਹਨ ਕਿ ਸਾਰਾ ਕੁਝ ਤੂੰ ਹੀ ਕਾਰਨ ਹੈ, ਤੂੰ ਹੀ ਸਾਰੀ ਚੀਜ਼ਾਂ ਦਾ ਕਰਤਾ ਹੈ। 6ਵੀਂ ਛੋਟੀ ਜਿਹੀ ਵੰਨਗੀ ਹੈ ਕਿ ਸਰਬੰਗ ਕਲੀਮੇ। ਹੁਣ ਸਰਬੰਗ ਜਿਹੜਾ ਸ਼ਬਦ ਹੈ ਇਹ ਸੰਸਕ੍ਰਿਤ ਹੈ ਔਰ ਇਹ ਸਾਊਂਡ ਵੀ ਉਹਦੀ ਸਰਬੰਗ ਜਿਹੜੀ ਹੈ ਸੰਸਕ੍ਰਿਤ ਦੀ ਹੈ। ਕਲੀਮੇ ਅਰਬੀ ਦਾ ਸ਼ਬਦ ਹੈ ਜੋ ਸਭ ਨਾਲ ਕਲਾਮ ਭਾਵ ਗੱਲਾਂ ਕਰਦਾ ਹੈ। ਔਰ ਇਹ ਯਕੀਨ ਜਾਣੋ ਪਰਮਾਤਮਾ ਸਾਡੇ ਨਾਲ ਗੱਲਾਂ ਕਰਦਾ ਹੈ। ਅਸੀਂ ਨਹੀਂ ਮੰਨਦੇ ਉਸ ਨੂੰ, ਅਸੀਂ ਇਹ ਐਕਸੈਪਟ ਨਹੀਂ ਕਰਦੇ। ਸਾਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਗੱਲ ਕਰ ਜਾਂਦਾ ਹੈ, ਕਰਦਾ ਹੈ। ਜਿੰਨੇ ਵੀ ਸਾਡੇ ਥਾਟ ਨੇ ਉਹ ਕਿੱਥੋਂ ਆਉਂਦੇ ਨੇ? ਅਸੀਂ ਉਹਨਾਂ ਨੂੰ ਆਪ ਸਮਝ ਲੈਣਗੇ ਮੇਰਾ ਆਈ ਥਾਟ, ਮੈਂ ਇਸ ਤਰ੍ਹਾਂ ਸੋਚਿਆ, ਕਦੀ ਨਹੀਂ ਹੋ ਸਕਦਾ। ਅਸੀਂ ਇੰਨੇ ਕਾਬਿਲ ਨਹੀਂ ਆ ਕਿ ਅਸੀਂ ਕੁਝ ਇਹੋ ਜਿਹਾ ਸੋਚ ਸਕੀਏ। ਕਿ ਪਰਮੰਗ ਫਹੀਮੇ ਸੰਸਕ੍ਰਿਤ ਹੈ, ਅਰਬੀ ਹੈ, ਉੱਚ ਕੋਟੀ ਦੀ ਸੋਝੀ ਰੱਖਣ ਵਾਲਾ। ਪਰਮੰਗ ਫਹੀਮੇ। ਹੁਣ ਇਸੇ ਤਰ੍ਹਾਂ ਅੱਗੇ ਹੈ ਥੋੜਾ ਜਿਹਾ ਉਹਦੇ ਚ ਵੇਰੀਏਸ਼ਨ ਹੈ। ਬਹਿਸ਼ਤੁਲ ਨਿਵਾਸ ਹੈ, ਬਹਿਸ਼ਤੁਲ। ਹੁਣ ਇਹਦੇ ਚ ਬਹਿਸ਼ਤ ਤਾਂ ਠੀਕ ਹੈ ਤੇ ਨਾਲ ਉਲ ਲੱਗ ਗਿਆ। ਅਰਬੀ ਦੇ ਵਿੱਚ ਰਵਾਨਗੀ ਦੇ ਲਈ ਇਹ ਸ਼ਬਦ ਉਲ ਆਉਂਦਾ ਹੈ। ਕਈਆਂ ਨੂੰ ਮੈਂ ਪੁੱਛ ਕੇ ਦੇਖਿਆ, ਦੇਖਣ ਦਾ ਯਤਨ ਵੀ ਕੀਤਾ, ਲੱਭਣ ਦਾ ਵੀ ਕਿ ਉਲ ਦਾ ਮਤਲਬ ਕੀ ਹੈ। ਨਹੀਂ, ਕੋਈ ਖਾਸ ਕੋਈ ਮਤਲਬ ਨਹੀਂ ਜੀ, ਬਸ ਇਸ ਨੂੰ ਇੱਕ ਰਵਾਨਗੀ ਦੇਣ ਦੇ ਲਈ ਅਸੀਂ ਇਸ ਨੂੰ ਜਾਂ ਕਿਸੇ ਦੋ ਸ਼ਬਦਾਂ ਨੂੰ ਜੋੜਨ ਲਈ ਇਸਤੇਮਾਲ ਹੁੰਦਾ। ਬਹਿਸ਼ਤੁਲ ਨਿਵਾਸ ਹੈ। ਹੁਣ ਇਹ ਸੰਸਕ੍ਰਿਤ ਹੈ, ਨਿਵਾਸ ਤਾਂ ਸੰਸਕ੍ਰਿਤ ਦਾ ਸ਼ਬਦ ਹੈ ਔਰ ਬਹਿਸ਼ਤ ਜਿਹੜਾ ਹੈ ਨਾ ਉਹ ਫਾਰਸੀ ਹੈ। ਸੋ ਉਹਨਾਂ ਨੇ ਅਰਬੀ ਦਾ ਇੱਕ ਸਟਾਈਲ ਫਾਰਸੀ ਔਰ ਸੰਸਕ੍ਰਿਤ ਦੇ ਵਿੱਚ ਜੋੜਿਆ। ਕਿਆ ਕਮਾਲ ਦੀ ਗੱਲ ਹੈ। ਸਮਸਤੁਲ ਅਜ਼ੀਜ਼ ਹੈ, ਸਮਸਤ ਸੰਸਕ੍ਰਿਤ ਹੈ, ਅਜ਼ੀਜ਼ ਫਾਰਸੀ ਹੈ, ਸਭ ਨੂੰ ਪਿਆਰ ਕਰਨ ਵਾਲਾ ਹੈ। ਹੁਸਨਲ ਵਜੂਹ ਹੈ, ਫਾਰਸੀ प्लस अरबी। हुस्नल फारसी, वजू है अरबी, जिसका मतलब है सुंदर अते निर्मल चेहरे वाला है। तमामुल रुजू है, तमामुल रुजू है। हुण ये दोनों ही जिहड़े ने ना ये अरबी दे ने। इहदा अर्थ है सारियां दा ध्यान रखण वाला।
ਬਿਊਟੀ ਇਹਦੇ 'ਚ ਮੈਨੂੰ ਜਿਹੜੀ ਬੜੀ ਅਜੀਬ ਲੱਗੀ ਹੈ, ਤੁਸੀਂ ਮੈਂ ਕਦੀ ਮਹਿਸੂਸ ਕੀਤਾ ਕਿ ਨਹੀਂ, ਕਿ ਜਿਹੜੇ ਸੰਸਕ੍ਰਿਤ 'ਚ ਸ਼ਬਦਾਂ ਨੂੰ ਵੀ, ਜਿਵੇਂ ਮੈਂ ਹੁਣੇ ਬੇਨਤੀ ਕੀਤੀ ਕਿ ਇੱਕ ਅਰਬੀ ਸਟਾਈਲ ਨੂੰ ਵਿੱਚ ਲਿਆ ਕੇ ਉਸ ਨੂੰ ਕਿੰਨਾ ਸੋਹਣੀ ਤਰੀਕੇ ਦੇ ਨਾਲ ਨਵਾਂ ਅਰਥ ਦਿੱਤੇ, ਇੱਕ ਰਵਾਨਗੀ ਦਿੱਤੀ। ਵੈਸੇ ਮੈਂ ਇਹ ਗੱਲ ਦੱਸਾਂ ਤੁਹਾਨੂੰ, ਬੇਨਤੀ ਮੈਂ ਛੋਟੀ ਜਿਹੀ ਹੋਰ ਕਰ ਲਵਾਂ। ਸਾਨੂੰ ਇਹ ਤਾਂ ਪਤਾ ਹੈ ਕਿ ਕਿਹੜਾ ਕਿਹੜਾ ਸ਼ਬਦ ਅਸੀਂ ਪਿਕਅਪ ਕਰ ਸਕਦੇ ਹਾਂ ਕਿ ਜੀ ਇਹ ਉਰਦੂ ਦਾ ਹੈ ਅਤੇ ਇਹਦੀ ਪਿਛੋਕੜ ਜਿਹੜਾ ਨਾ ਫਾਰਸੀ ਦਾ ਹੋਵੇਗਾ, ਪਰ ਅਸੀਂ ਸਾਡੀ ਪੰਜਾਬੀ ਦੀ ਬੋਲੀ ਦੇ ਵਿੱਚ ਕੁਝ ਸ਼ਬਦ ਜਿਹੜੇ ਨੇ ਅਰਬੀ ਦੇ ਵੀ ਹੈਗੇ ਨੇ ਜਿਨ੍ਹਾਂ ਤੋਂ ਅਸੀਂ ਵਾਬਸਤਾ ਨਹੀਂ ਹਾਂ। ਔਰ ਇੱਕ ਬੜਾ ਕਾਮਨ ਸ਼ਬਦ ਹੈ, ਅੱਜ ਕੱਲ੍ਹ ਤਾਂ ਨਹੀਂ ਉਹ ਬੋਲਿਆ ਜਾਂਦਾ, ਅਤੇ ਅਸੀਂ ਜਦੋਂ ਅਸੀਂ ਪਿੰਡਾਂ 'ਚ ਰਹਿੰਦੇ ਸੀ ਤਾਂ ਉਸ ਵਕਤ ਕਹਿੰਦੇ ਨਾ ਕਾ ਬੂਆ, ਦਰਵਾਜ਼ਾ, ਬੂਆ ਦਰਵਾਜ਼ਾ ਅਰਬੀ ਦਾ ਸ਼ਬਦ ਹੈ। ਢੋਦੇ, ਬੂਆ ਢੋਦੇ, ਅਸੀਂ ਕਹਿੰਦੇ ਹਾਂ ਨਾ ਬੂਆ ਢੋਦੇ। ਬੂਆ ਪੰਜਾਬੀ ਵਿੱਚ ਹੈ ਮਗਰ ਆਇਆ ਕਿੱਥੋਂ ਹੈ? ਅਰਬੀ ਦਾ। ਸੋ ਜਦੋਂ ਇਹ ਇਹੋ ਜਿਹੀਆਂ ਗੱਲਾਂ ਪਤਾ ਲੱਗਦਾ ਕਿ ਇਹਨਾਂ ਦਾ ਪਿਛੋਕੜ ਕੀ ਹੈ, ਤਾਂ ਫਿਰ ਥੋੜ੍ਹਾ ਬੜਾ ਆਨੰਦ ਆਉਂਦਾ। ਅੱਜ ਵੀ ਯਾਰ ਪੰਜਾਬੀ ਬੜੀ ਰਿਚ ਹੈ, ਬੜੀ ਜਗ੍ਹਾ ਤੋਂ ਇਹਨਾਂ ਨੇ ਭਾਸ਼ਾ ਲਈ ਹੈ। ਹੁਣ ਸਾਹਿਬੇ ਕਮਾਲ ਦਾ ਜਿਹੜਾ ਪਰਮੇਸ਼ਰ ਵੱਲ ਜੋ ਪ੍ਰੇਮ ਹੈ, ਉਹ ਅਕਾਲ ਉਸਤਤ ਤੋਂ ਇਸ ਤੋਂ ਪਤਾ ਲੱਗਦਾ ਹੈ ਕਿ ਜਦੋਂ ਉਹ ਬੈਠੇ ਜਲੇ ਹਰੀ ਥਲੇ ਹਰੀ ਉਰੇ ਹਰੀ ਬਨੇ ਹਰੀ ਗਿਰੇ ਹਰੀ ਗੁਫੇ ਹਰੀ ਛਿਤੇ ਹਰੀ ਨਭੇ ਹਰੀ ਇਹਾਂ ਹਰੀ ਉਹਾਂ ਹਰੀ ਜ਼ਿਮੀ ਹਰੀ ਜ਼ਮਾ ਹਰੀ। ਇਹ ਬਹੁਤ ਲੰਬੀ ਹੈ, 12 ਹੋਰ ਪੰਕਤੀਆਂ ਨੇ, ਇਸ ਤੋਂ ਮੈਂ ਸਾਰੀਆਂ ਤੇ ਨਹੀਂ ਪੜ੍ਹ ਰਿਹਾ। ਇਹ 12 ਪੰਕਤੀ ਦੀ ਇਹੀ ਗੱਲ ਉਹਨਾਂ ਨੇ ਜਿਹੜੀ ਇਹਦੇ 'ਚ ਆਈ ਹੈ ਨਾ ਕਿ ਪਰਮੇਸ਼ਰ ਹਰ ਜਗ੍ਹਾ ਹੈ। ਜਾਪ ਸਾਹਿਬ ਦੇ ਵਿੱਚ ਵੀ ਇੱਕ ਜਗ੍ਹਾ ਤੇ ਇੱਕ ਬੜਾ ਸੋਹਣਾ ਉਹਨਾਂ ਨੇ ਗੱਲ ਕਹੀ ਹੈ, ਜਤਰ ਤਤਰ ਦਿਸਾ ਵਿਸਾ ਫੈਲਿਓ ਹੋਏ ਫੈਲਿਓ ਅਨੁਰਾਗ। ਪ੍ਰੇਮ ਦੇ ਰੂਪ ਵਿੱਚ ਤੂੰ ਹਰ ਜਗ੍ਹਾ ਹਾਜ਼ਰ ਹੈ, ਹਾਜ਼ਰ ਨਾਜ਼ਰ ਹੈ। ਹੁਣ ਜਦੋਂ ਇਹ 12 ਜਦੋਂ ਖਤਮ ਹੋਈਆਂ, ਗੁਰੂ ਸਾਹਿਬ ਕਹਿੰਦੇ ਨੇ ਜਲਸਤੁ ਹੀ ਥਲਸਤੁ ਹੀ ਨਦਸਤੁ ਹੀ ਨਦਸਤੁ ਹੀ ਬ੍ਰਿਜਸਤੁ ਹੀ ਪੱਤਸਤੁ ਹੀ ਛਿਤਸਤੁ ਹੀ ਉਦਸਤੁ ਹੀ। ਔਰ ਇਹ 6 ਹੋਰ ਪੰਕਤੀਆਂ ਨੇ ਇਹਦੇ 'ਚ। ਤੇ ਫਿਰ ਜਦੋਂ ਇਹ ਖਤਮ ਹੁੰਦੀਆਂ ਨੇ ਤੇ ਫਿਰ ਕੀ ਹੁੰਦਾ ਹੈ? ਤੁਹੀ 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 ਤੁਹੀ। ਹੁਣ ਕਿਸੇ ਤਰ੍ਹਾਂ ਵੀ ਗੁਰੂ ਨਾਨਕ ਦੇ ਤੇਰਾ 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 ਤੋਂ ਵਕਤ ਨਹੀਂ ਆਉਂਦਾ। ਇਤਨਾ ਪਿਆਰ, ਇਤਨੀ ਮੁਹੱਬਤ। ਹੁਣ ਇਹ ਗੱਲ ਹੋਰ ਵੀ ਆਉਂਦੀ ਹੈ ਕਿ ਇੰਨਾ ਪਿਆਰ ਆਇਆ ਕਿੱਥੋਂ, ਕਿਵੇਂ ਆਇਆ, ਕੀ ਸੀ ਰਿਲੇਸ਼ਨਸ਼ਿਪ ਜਿਹੜਾ ਉਹਨਾਂ ਨੇ ਸਥਾਪਿਤ ਕੀਤਾ। ਮੈਂ ਹਮੇਸ਼ਾ ਮੈਂ ਜਿੰਨਾ ਕੋਈ ਮੈਨੂੰ ਸਮਝ ਹੈ ਗੁਰਬਾਣੀ ਦੀ, ਮੈਂ ਇਹ ਮਹਿਸੂਸ ਕਰਦਾ ਕਿ ਅਸੀਂ ਪਰਮਾਤਮਾ ਨੂੰ ਕਦੀ ਪਿਤਾ ਕਰਕੇ ਐਡਰੈਸ ਕਰਦੇ ਹਾਂ, ਕਦੀ ਮਾਤਾ ਕਰਕੇ ਐਡਰੈਸ ਕਰਦੇ ਹਾਂ, ਤਾਂ ਕਦੀ ਮੈਨੂੰ ਭਾਈ ਕਹਿ ਕੇ ਦੇਣ। ਗੁਰਬਾਣੀ ਦੇ ਵਿੱਚ ਸਾਰੇ ਆਏ ਨੇ, ਪਰ ਮਹਾਰਾਜ ਕਹਿੰਦੇ ਨੇ ਗੁਰਬਾਣੀ ਦੇ ਵਿੱਚ ਕਿ ਭਾਈ ਇਹਨਾਂ 'ਚੋਂ ਜਿਹੜਾ ਵੀ ਤੁਹਾਨੂੰ ਚੰਗਾ ਲੱਗੇ ਉਹ ਚੁਣ ਲਓ। ਸਾਡੇ ਰਿਸ਼ਤਿਆਂ ਦੇ ਵਿੱਚ ਕੋਈ ਇੱਕ ਰਿਸ਼ਤਾ ਸਾਨੂੰ ਬਹੁਤ ਹੀ ਅਜ਼ੀਜ਼ ਹੁੰਦਾ ਹੈ, ਬਹੁਤ ਪਿਆਰ ਵਾਲਾ ਹੁੰਦਾ ਹੈ, ਜਿਸ ਦਾ ਅਸੀਂ ਸਤਿਕਾਰ ਕਰਦੇ ਹਾਂ, ਜਿਸ ਦੇ ਨਾਲ ਅਸੀਂ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਨਿਭਦੇ ਹਾਂ। ਅਸੀਂ ਉਸ ਨੂੰ ਕਦੀ ਆਪਣੇ ਮਨੋਂ ਨਹੀਂ ਕੱਢਦੇ, ਉਸ ਨੂੰ ਦੁੱਖ ਤਕਲੀਫ ਨਹੀਂ ਦੇਣ ਦਿੰਦੇ, ਉਹਨੂੰ ਦਿੰਦੇ, ਉਹਦੀ ਗੱਲ ਨੂੰ ਨਹੀਂ ਟਾਲਦੇ। ਸੋ ਅਸੀਂ ਸਾਰੇ ਹੀ ਪਰਮੇਸ਼ਰ ਦੇ ਨਾਲ ਇਹੋ ਜਿਹਾ ਕੋਈ ਰਿਸ਼ਤਾ ਕਿਉਂ ਨਹੀਂ ਕਰ ਸਕਦੇ? ਤਾਂ ਗੁਰੂ ਸਾਹਿਬ ਨੇ 3 ਰਿਸ਼ਤੇ ਜਿਹੜੇ ਮੈਂ ਮਹਿਸੂਸ ਕੀਤੇ ਕਿ ਆਏ, ਬੜੇ ਸਪਸ਼ਟ ਨੇ, ਉਹਨਾਂ ਦੀ ਆਪਣੀ ਬਾਣੀ ਦੇ ਵਿੱਚ ਆਏ ਨੇ। ਇੱਕ ਤਾਂ ਹੈ ਅਸੀਂ ਕਰ ਰਹੇ ਹਾਂ ਕਿ ਮੈਂ ਆਪਣਾ ਸੁੱਤ ਤੁਝੇ ਨਿਵਾਜਾ, ਤੇ ਗੁਰੂ ਆਪ ਅਕਾਲ ਪੁਰਖ ਆਪ ਮੰਨ ਰਿਹਾ ਕਿ ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਭੇਜ ਰਿਹਾ। ਤਾਂ ਫਿਰ ਜਦੋਂ ਅਸੀਂ ਇੱਕ ਬੜਾ ਉਹ ਮਾਛੀਵਾੜਾ ਵਾਲਾ ਸ਼ਬਦ ਬੜੇ ਪਿਆਰ ਨਾਲ ਪੜ੍ਹਦੇ ਹਾਂ, ਉਹਦੇ ਵਿੱਚ 2 ਰਿਸ਼ਤੇ ਹੋਰ ਮਿਲਦੇ ਹਨ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਇੱਥੇ ਮਿੱਤਰ ਵੀ ਹੈ ਤੇ ਚੇਲਾ ਵੀ ਹੈ, ਮੁਰੀਦ ਹੈ ਅਕਾਲ ਪੁਰਖ ਦਾ। ਸੋ ਇਹ ਜਿਹੜੇ ਰਿਸ਼ਤੇ ਨੇ ਹਨ, ਆਪਣੇ ਆਪ
ਦਿਲ ਦੇ ਵਿੱਚ ਉਹ ਸਤਿਕਾਰ, ਪਿਆਰ, ਮੁਹੱਬਤ ਦਾ ਭਾਂਬੜ ਮਚਾ ਦਿੰਦੀ, ਜਿਹੜੀ ਕਿ ਉਹਨਾਂ ਦੀ ਭਾਸ਼ਾ ਦੇ ਵਿੱਚ, ਉਹਨਾਂ ਦੀ ਰਚਨਾਵਾਂ ਦੇ ਵਿੱਚ ਬਿਲਕੁਲ ਸਾਫ਼ ਪ੍ਰਗਟ ਹੁੰਦਾ ਹੈ। ਮੈਂ ਜ਼ਿਆਦਾ ਟਾਈਮ ਤੇ ਨਹੀਂ ਹੋ ਰਿਹਾ, ਥੋੜੀ ਦੇਰ ਹੈ, ਥੋੜੀ ਦੇਰ। ਹੁਣ ਗੱਲ ਇਹ ਹੈ ਕਿ ਧਾਰਮਿਕ ਲਾਈਫ ਸਟਾਈਲ ਹੋ ਗਿਆ, ਧਾਰਮਿਕ ਲਾਈਫ ਸਟਾਈਲ ਵੀ ਤੇ ਉੱਤੇ ਵੀ ਸਾਨੂੰ ਗੁਰੂ ਸਾਹਿਬ ਨੇ ਇੱਕ ਬੜਾ ਸਪਸ਼ਟ ਗੱਲ ਦੱਸੀ ਹੈ। ਉਹਨਾਂ ਦੇ ਕੁਝ ਸ਼ਬਦ ਨੇ ਜਿਹੜੇ ਰਾਗਬੱਧ ਸ਼ਬਦ ਨੇ, ਜਿਹਦੇ ਸ਼ਬਦ ਹਜ਼ਾਰੇ ਅਸੀਂ ਕਹਿੰਦੇ ਹਾਂ ਦਸਮ ਪਾਤਸ਼ਾਹ। ਉਦੋਂ ਇੱਕ ਸ਼ਬਦ ਮੈਂ ਚੁਣਿਆ ਹੈ, ਉਹ ਮੈਨੂੰ ਬਹੁਤ ਅੱਛਾ ਲੱਗਦਾ ਹੈ। ਉਹ ਬਹੁਤ, ਮੈਂ ਨਹੀਂ ਕਹਿੰਦਾ ਕਿ ਮੈਨੂੰ ਯਾਦ ਹੈ, ਮਗਰ ਹਾਂ ਉਹਨੂੰ ਪੜ੍ਹ ਕੇ ਮੈਨੂੰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਸਮਝ ਆਉਂਦੀਆਂ ਨੇ। ਔਰ ਉਹ ਹੈ, ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੇ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਔਰ ਫਿਰ ਕਹਿੰਦੇ ਹਨ ਅੱਗੇ ਜਾ ਕੇ, ਮੈਂ ਵਿੱਚੋਂ 2-4 ਲਾਈਨਾਂ ਛੱਡ ਰਿਹਾ, ਕਿਵੇਂ ਰਹਿਣਾ ਹੈ ਤੁਸੀਂ? ਅਲਪ ਆਹਾਰ, ਸੁਲਭ ਸੀ ਨਿਦਰਾ, ਦਇਆ ਛਿਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਭਾਇਬੋ, ਹੈਬੋ ਤ੍ਰਿਗੁਣ ਅਤੀਤ। ਤਿੰਨਾਂ ਗੁਣਾਂ ਤੋਂ ਪਰੇ, ਪਿੱਛੇ ਛੱਡ ਦਿਓ ਇਹਨਾਂ ਨੂੰ। ਕਾਮ, ਕ੍ਰੋਧ, ਹੰਕਾਰ, ਲੋਭ, ਹਠ, ਮੋਹ ਨਾ ਮਨ ਮੋਹ ਲਿਆਵੋ, ਤਬ ਹੀ ਆਤਮ ਤਤ ਉਤਰਸੈ, ਪਰਮ ਪੁਰਖ ਕਹ ਪਾਵੋ। ਹੁਣ ਇਹ ਸਾਡਾ ਇੱਕ ਲਾਈਫ ਸਟਾਈਲ ਹੋਣਾ ਚਾਹੀਦਾ। ਅਸੀਂ ਇਹਨਾਂ ਗੱਲਾਂ ਵੱਲ ਵੀ ਧਿਆਨ ਕਰੀਏ ਤੇ ਅਸੀਂ ਬਹੁਤ ਕੁਝ, ਕੀ ਮੈਂ ਕਹਾਂ, ਮੈਂ ਕਹਿਣਾ ਕਿ ਸਿੱਖ ਸਕਦੇ ਹਾਂ ਜਾਂ ਆਪਣੇ ਜੀਵਨ ਨੂੰ ਸੁਧਾਰ ਸਕਦੇ ਹਾਂ। ਗੁਰੂ ਸਾਹਿਬ ਨੇ ਇਹ ਨਹੀਂ ਹੈ ਕਿ ਇਹ ਸਾਰੀਆਂ ਗੱਲਾਂ ਕੀਤੀਆਂ ਹਨ, ਪਰਮਾਤਮਾ ਦੇ ਨਾਲ ਪਿਆਰ ਹੈ, ਇਹ ਉਹ ਜੋ ਕੁਝ ਵੀ ਹੈ, ਪਰ ਉਹ ਨਾਮ ਸਿਮਰਨ ਤੇ ਵੀ ਬੜੇ, ਉਹ ਕਿਉਂਕਿ ਨਾਮ ਸਿਮਰਨ ਹੀ ਕਰਦੇ ਤੇ ਆਏ ਸਨ। ਉਹ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਗੜੂੰਦ ਹੋਏ ਹੀ ਆਏ ਸਨ। ਔਰ ਉਹ ਨਾਮ ਸਿਮਰਨ ਤੇ ਇੱਥੇ ਵੀ ਆ ਕੇ ਉਹਨਾਂ ਨੇ ਨਾਮ ਸਿਮਰਨ ਦਾ ਪ੍ਰਚਾਰ ਕੀਤਾ ਹੈ। ਉਹਨਾਂ ਦੇ ਕੁਝ ਲਿਖਤਾਂ ਦੇ ਵਿੱਚੋਂ ਜਿਹੜੇ ਨਾਮ ਸਿਮਰਨ ਦੀ ਗੱਲ ਬੜੀ ਸਪਸ਼ਟ ਪ੍ਰਗਟ ਹੁੰਦੀ ਹੈ, ਉਹ ਮੈਂ ਗੱਲ ਕਰਦਾ। ਮੈਂ ਪਿੱਛੇ ਇੱਕ ਗੱਲ ਕਰ ਰਿਹਾ, ਜਦੋਂ ਮੈਂ ਕਿਹਾ ਸੀ ਨਾ ਤੁਹਾਨੂੰ, ਆਪ ਜੀ ਨਾਲ ਸ਼ੇਅਰ ਕੀਤਾ ਕਿ ਪਿਆਰ ਦੇ ਵਿੱਚ ਉਹਨਾਂ ਨੇ ਕਿਤਨੇ ਨਾਂ ਪਰਮੇਸ਼ਰ ਪਰਮਾਤਮਾ ਦੇ ਕਹੇ ਔਰ ਪੈਦਾ ਕੀਤੇ ਜਾਂ ਲਿਖੇ। ਤਾਂ ਮੈਂ ਇਹ ਗੱਲ ਮੇਰੇ ਮਨ ਚੋਂ ਨਿਕਲ ਗਈ, ਮੈਂ ਹੁਣ ਤੁਹਾਡੇ ਨਾਲ ਕਰਦਾ। ਅਸੀਂ ਇੱਕ ਵੀ ਨਾਮ ਨਹੀਂ ਜੇ ਨਵਾਂ ਪਰਮਾਤਮਾ ਦਾ, ਜਿੰਨਾ ਮਰਜ਼ੀ ਅਸੀਂ ਪਾਠ ਕਰ ਲਈਏ, ਜਿੰਨਾ ਮਰਜ਼ੀ ਅਸੀਂ ਸਿਮਰਨ ਕਰ ਲਈਏ, ਕੋਈ ਹੈ ਜਿਸ ਨੇ ਕੋਈ ਪਰਮੇਸ਼ਰ ਦਾ ਇੱਕ ਵੀ ਨਵਾਂ ਨਾਮ ਘੜਿਆ ਹੋਵੇ? ਚਲੋ ਇਹ ਤਾਂ ਬਹੁਤ ਵੱਡਾ ਕੰਮ ਹੈ, ਬਹੁਤ ਔਖਾ ਕੰਮ ਹੈ। ਮੈਂ ਇੱਕ ਦੂਸਰੀ ਇਹਦੇ ਨਾਲ ਗੱਲ ਕਰਦਾ, ਕਦੀ ਇਹ ਕਰਕੇ ਦੇਖ ਲੈਣਾ, ਮੇਰੀ ਬੇਨਤੀ ਸਮਝ ਕੇ ਕਰਕੇ ਦੇਖ ਲੈਣਾ। ਕਾਗਜ਼ ਪੈਨਸਿਲ ਲੈ ਕੇ ਕੋਨੇ 'ਚ ਬਹਿ ਜਾਣਾ ਤੇ ਦੇਖਣਾ ਕਿ 10 ਮਿੰਟਾਂ ਦੇ ਵਿੱਚ ਤੁਸੀਂ ਪਰਮਾਤਮਾ ਦੇ ਕਿੰਨੇ ਕੁ ਨਾਂ ਲਿਖ ਸਕਦੇ ਹੋ ਜਿਹੜੇ ਤੁਹਾਨੂੰ ਆਉਂਦੇ। ਕੋਈ 100 ਤੋਂ ਉੱਪਰ ਟੱਪ ਜਾਏਗਾ ਨਾ ਤੇ ਮੈਂ ਸਮਝਾਂਗਾ ਕਿ ਉਹਦੀ ਕਾਲ ਹੈ, ਕੁਝ ਕਮਾਈ ਹੈ। ਔਰ ਤੀਸਰੀ ਇਹਦੇ ਨਾਲ ਜੁੜਦੀ ਗੱਲ ਮੈਂ ਇਹ ਵੀ ਤੁਹਾਨੂੰ ਦੱਸ ਦਿਆਂ, ਜਦੋਂ ਤੁਸੀਂ ਲਿਖਣ ਬੈਠੋਗੇ ਨਾ, ਇਹ ਇੱਕ ਤਰ੍ਹਾਂ ਦਾ ਸਿਮਰਨ ਹੋ ਰਿਹਾ ਹੋਵੇਗਾ, ਕਿਉਂਕਿ ਤੁਹਾਡਾ ਮਨ ਜਿਹੜਾ ਹੈ ਇਕਾਗਰ ਹੈ ਔਰ ਤੁਸੀਂ ਉਸ ਪਰਮਾਤਮਾ ਦੇ, ਪਰਮੇਸ਼ਰ ਦੇ ਉਹ ਨਾਮ ਯਾਦ ਕਰਨ ਦਾ ਯਤਨ ਕਰ ਰਹੇ ਹੋ। ਤਾਂ ਉਹਦੇ ਗੁਣਾਂ ਦੇ ਨਾਮ, ਉਹਨਾਂ ਦੇ ਕਰਮ ਨਾਮ, ਉਹਨਾਂ ਦੇ ਭਾਵਵਾਚੀ ਨਾਮ, ਸਿਮਰਨ ਤੇ ਹੀ ਹੈ। ਸਿਮਰਨ ਦੇ ਵਿੱਚ ਉਸ ਪਰਮਾਤਮਾ ਦੇ ਅਸੀਂ ਗੁਣ ਯਾਦ ਕਰਦੇ ਹਾਂ, ਉਹਨੂੰ ਯਾਦ ਕਰਦੇ ਹਾਂ, ਉਹਦੇ ਕਰਮ ਜਿਹੜੇ ਉਹ ਕਰਦਾ ਹੈ, ਸਾਡੇ ਮੇਰਾ ਕਰਦਾ ਹੈ ਉਹਦੇ 'ਚ। ਤਾਂ ਵਾਹਿਗੁਰੂ ਵੀ ਕਰ ਸਕਦੇ ਹੋ। ਮੈਂ ਦੋ ਕੁ ਹੈ, ਇੱਕ ਤਾਂ ਬੜਾ ਅਸੀਂ
ਚੌਪਈ ਹੈ ਨਾ ਮੇਰਾ ਖਿਆਲ ਦੀਨਨ ਕੀ ਪ੍ਰਤਪਾਲ ਕਰੇ ਵਾਲੀ, ਉਹਦੇ 'ਚ ਅਖੀਰ ਤੇ ਆਉਂਦਾ ਏਕ ਚਿਤ ਜੇ ਇੱਕ ਛਿਨ ਧਿਆਇਓ ਕਾਲ ਫਾਸ ਕੇ बीच न आयो। एक होर जगह सुधा सवैये विच भी कहते साच कहो सुन लियो सबे जिन प्रेम कियो तिन ही पा पायो। सो एक मेरे ख्याल 33 सवैयां दे विच है, हाँ 33 सवैयां दे विच है, वेद कतेब न भेद लयो ते सिद्ध समाध सबे कर हारे, सिमरत शास्त्र वेद सबे वो भांत पुराण विचार विचारे, आद अनाद अगाध कथा ध्रुव से प्रहलाद अजामल तारे, नाम उचार तरी गणिका सोई नाम आधार विचार हमारे। ये नहीं है कि उन्होंने नाम सिमरन नहीं करते सी या लड़ाइयां करते सी, वो परमात्मा दे नाल हर तरह हर तरीके नाल जुड़े हुए सन। गुरु साहब ने धार्मिक ਕੰਮਾਂ ਦੇ ਵਿੱਚ ਕਰਮ ਕਾਂਡਾਂ ਦੀ ਵੀ ਨਿਖੇਧੀ ਕੀਤੀ ਹੈ। ਮੈਂ ਬਹੁਤ ਲੰਬੀ ਨਹੀਂ ਗੱਲ ਕਰਦਾ। ਉਹਨਾਂ ਨੇ ਤੀਰਥਾਂ ਤੇ ਇਸ਼ਨਾਨ ਕਰਨਾ, ਮੂਰਤੀ ਪੂਜਾ, ਗ੍ਰਸਥਤਾ ਤਿਆਗ ਕਰਕੇ ਜੰਗਲਾਂ ਵਿੱਚ ਭ੍ਰਮਣ ਕਰਨਾ, ਸਰੀਰ ਨੂੰ ਕਸ਼ਟ ਦੇਣੇ, ਦਾਨ ਪੁੰਨ ਕਰਨੇ, ਇਹਨਾਂ ਉੱਤੇ ਸਾਰਿਆਂ ਦੇ ਉੱਤੇ ਟਿੱਪਣੀ ਕੀਤੀ ਹੈ। ਉਹਨਾਂ ਦੇ ਸਵਈਆਂ ਦੇ ਵਿੱਚ ਮਿਲਦਾ ਹੈ। ਮੈਂ ਉਹ ਵਿੱਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਟਾਈਮ ਜ਼ਿਆਦਾ ਹੋ ਜਾਏਗਾ। ਕੁਝ ਇੱਕ ਦੋ ਗੱਲਾਂ ਜਿਹੜੀਆਂ ਹੋਰ ਮੈਨੂੰ ਮਹਿਸੂਸ ਹੁੰਦਾ ਕਿ ਮੈਂ ਜ਼ਰੂਰ ਕਰਾਂ ਤੁਹਾਡੇ ਨਾਲ। ਹਾਂ, ਮੂਰਤੀ ਪਤਾ, ਪਰ ਗੁਰੂ ਸਾਹਿਬ ਨੇ ਇਹਨਾਂ ਤੋਂ ਸਾਰਿਆਂ ਤੋਂ ਮਨਾ ਕੀਤਾ ਹੈ ਔਰ ਬੜਾ ਸਪਸ਼ਟ ਉਹਨਾਂ ਦਾ ਸਾਨੂੰ ਡਾਇਰੈਕਸ਼ਨ ਹੈ। ਜਬ ਲਗ ਖਾਲਸਾ ਰਹੇ ਨਿਆਰਾ तब लग तेज दियो मैं सारा, जब एक गहें विपरन की रीत मैं न करूं इनकी प्रतीत। जदों ये विपरन दी रीत वाले कर्म कांडां विच पै जांदा है या पै जाए फिर मेरी पिठ है इहदे वल, मैं इहदी कुछ नहीं इहदा लिए कर सकता। मूर्ति पूजा के बारे उन्होंने बड़ा स्पष्ट गल की है। काहे को पूजत पाहन को कछ पाहन में परमेश नाही, अते कऊ बतान को पूजत है पशु कऊ मृतान को पूजन धायो। कूर क्रिया उर्जो सब ही, कूर क्रिया उर्जो सब ही जग, श्री भगवान को भेद न पायो। हुण हिंदुआं ते मुसलमानां दे विच एक मनौत है। हिंदू समझते ने कि परमेश्वर दा जिहड़ा घर है ना वो दक्षिण वाल है ते वो मुसलमान पश्चिम वाल मनते हैं। इहदे उत्ते भी सानू असी पढ़ते हाँ कि काहू लख्यो रवाची दशा में काहू पछा को सीस नवायो। भाई क्यों तुसी उधर करदे हो? परमात्मा दे हर जगह ते है, किसी एक डायरैक्शन विच नहीं है। तीर्थां दे नान ते भरमन ते फोकट कर्म करन दे बारे बड़ा स्पष्ट कहंदे ने। तीरथ कोट किए इशनान दिए बौदान महाव्रत धारे, देश फिरो कर पेश तपोधन केस तरे न मिले हर प्यारे। कुछ नहीं मिलना तुहानू। और ये मनौत है अज भी हिंदुओं दे विच, लो जी मैं गंगा इशनान कर रहा, मेरे सारे पाप धो ले गए, मैं साफ सुथरा हो गया आ गया। इदां कोई साफ होया है? और नाल ही भी कहते हैं कि वो सारे लोग जो इस तरह महसूस करते हैं परमेश्वर दी कमाई तो बिना ही रहे ते अंत को अंत के धाम सिधारे। परमात्मा दी कमाई कोई नहीं की। फोकट कर्म धर्म दे नाम ते बहुत कुछ करना, मौन वर्त रखना। वो कहते ये ते दरखत भी रखते हैं। महाराज कहते दुध कई संत इहो ਜਿਹੇ ने कि लो जी मैं तो दुध पीना, फिर बाल भी पींदे ने। समाधि लाउण वेले बगला पग भी लगाते हैं। कहाँ भयो जो दो लोचन मूंद के बैठ रहे वक्त ध्यान लगायो। सो इस तरह मट्ठा में रहना, शरीरों नंगे रहना, पौनहारी होना, ये सारे जिहड़े है ने फोकट कर्म ने और अपने सिखां नूं उन्हां दे वल्लों इन्हां दी बड़ी मनाई सी। परमेश्वर दे नाल अभेद होण दा साधन सिर्फ अते सिर्फ नाम सिमरन है। परमेश्वर दी स्तुति साध संग विच जुड़ के नाम जपना, नाम सिमरन दे नाल नाल मानवता दी सेवा,
बहुत जरूरी है। हौमे नूं चैक रखना या नियंत्रण विच रखण लई निरस्वार्थ सेवा सिख नूं शुद्ध करदी है। हर प्राणी परमेश्वर दा अंश होण करके प्रेम ਅਤੇ सत्कार ਦਾ ਭਾਗੀ है। सिख धर्म ਦੇ ਵਿੱਚ बहुत इंपॉर्टेंट गल है, जिस करके ਅਸੀਂ ਕਿਸੇ ਦੇ ਉੱਤੇ ਸਾਨੂੰ ਵਰਜਿਤ ਹੈ ਕਿ ਅਸੀਂ ਕਿਸੇ ਨੂੰ ਐਵੇਂ ਹੱਥ ਨਾ ਕਿਸੇ ਦੇ ਚੁੱਕੀਏ, ਐਵੇਂ ਕਿਸੇ ਨੂੰ ਨਿੰਦੀਏ ਨਾ। ਔਰ ਉਸ ਦੇ ਅੰਦਰਲੇ दैवी ਗੁਣਾਂ ਨੂੰ ਨਾਮ ਸਿਮਰਨ, ਸਾਧ ਸੰਗਤ ਤੇ ਸੇਵਾ ਦੀ ਉਜਾਗਰ ਕਰ ਸਕਦੀ ਹੈ। ਇਹ ਮੈਂ ਪੜ੍ਹਿਆ ਹੈ ਕਿਉਂਕਿ ਮੈਂ ਲਾਸਟ ਮਿੰਟ ਇਹਨੂੰ ਲਿਖਿਆ ਸੀ, ਇਸ ਕਰਕੇ ਮੈਂ ਤੁਹਾਡੇ ਨਾਲ ਸਾਂਝ ਕਰ ਰਿਹਾ ਪੜ੍ਹ ਕੇ। ਇਸ ਕਾਰਜ ਲਈ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ। ਚਲੋ ਇੱਥੇ ਤੱਕ ਤੇ ਮੈਂ ਜਿਹੜੀ ਮੈਨੂੰ ਭਗਤੀ ਜਿਹੜੀ ਸਮਝ ਆਈ ਮੈਂ ਉੱਥੇ ਤੁਹਾਡੇ ਨਾਲ ਸਾਂਝੀ ਕਰ ਲਈ ਹੈ। 5 ਮਿੰਟ ਮੇਰੇ ਹੋਰ ਦੇ ਦੇਣਾ। ਔਰ ਇਹ ਕਈ ਵਾਰੀ ਮੇਰੇ ਮਨ ਦੇ ਵਿੱਚ ਆਏ ਕਿ ਜਿੱਥੇ ਜਿੱਥੇ ਕਦੀ ਮੌਕਾ ਮਿਲਦਾ ਮੈਂ ਸ਼ੇਅਰ ਜ਼ਰੂਰ ਕਰਦਾ। ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਕੁਝ ਬੜੇ ਵਿਲੱਖਣ ਚਿੰਨ੍ਹਾਂ ਨਾਲ ਸਾਨੂੰ ਨਿਵਾਜਿਆ ਹੈ। ਉਹ ਚਿੰਨ੍ਹ ਕਿਸ ਤਰ੍ਹਾਂ ਦੇ ਹਨ? ਉਹ ਸਰੀਰਕ ਨਹੀਂ ਹਨ, ਸਾਡੇ ਬੋਲਚਾਲ ਦੇ ਵਿੱਚ ਹਨ, ਸਾਡੇ ਕਰਮਾਂ ਦੇ ਵਿੱਚ ਹਨ, ਸਾਡੇ ਲਿਖਤਾਂ ਦੇ ਵਿੱਚ ਹਨ। ਮੈਂ ਉਹਨਾਂ ਨਾਲ ਉਹਦੇ ਬਾਰੇ ਤੁਹਾਨੂੰ ਥੋੜ੍ਹੀ ਜਿਹੀ ਗੱਲ ਕਰਨਾ ਚਾਹੁੰਦਾ। ਔਰ ਮੈਂ ਹੌਸਲਾ ਕਰ ਰਿਹਾ ਕਿ ਮੈਂ ਇਹਨਾਂ ਨੂੰ ਤੁਹਾਡੇ ਨਾਲ ਸਾਂਝੇ ਕਰਾਂ। ਸਭ ਤੋਂ ਪਹਿਲਾਂ ਹੈ ਕਿ ਮੰਗਲਾਚਰਨ। ਗੁਰੂ ਸਾਹਿਬ ਨੇ ਸਾਰੇ ਮੰਗਲਾਚਰਨ ਇਸਤੇਮਾਲ ਕੀਤੇ ਆਪਣੀਆਂ ਬਾਣੀ ਦੇ ਵਿੱਚ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹ 4 ਹੈ। ਪੂਰਾ ਕੀ ਕਹਿੰਦੇ ਨੇ ਮੂਲ ਮੰਤਰ ਇੱਕ ਓਂਕਾਰ ਸਤਿਗੁਰ ਪ੍ਰਸਾਦ, ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਗੁਰ ਪ੍ਰਸਾਦ, ਇਹ ਜਿਹੜੇ ਸਾਰੇ ਨੇ ਇਹ ਵੀ ਯੂਜ਼ ਕੀਤੇ। ਪਤਾ ਨਹੀਂ ਕਿਉਂ ਕਿਸ ਨੇ ਜਿਹੜੇ ਅੱਜ ਦੇ ਮਹਾਰਾਜ ਦੇ ਸਰੂਪ ਨੇ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ, ਉਹਦੇ ਵਿੱਚ ਇੱਕ ਪੁਰਾਤਨ ਸਰੂਪਾਂ ਵਿੱਚ ਹੈ ਸੀ ਸਿਰਫ ਇੱਕ ਓਂਕਾਰ। ਭਾਈ ਕਾਹਨ ਸਿੰਘ ਨਾਭਾ ਜੀ ਨੇ ਵੀ ਲਿਖਿਆ ਹੋਇਆ ਆਪਣੀ ਕਿਤਾਬ ਦੇ ਵਿੱਚ ਕਿ ਇਹ ਵੀ ਇੱਕ ਮੰਗਲਾਚਰਨ ਦਾ ਰੂਪ ਹੈ। ਦਰਸ਼ਨ ਕੀਤੇ ਹਨ ਮੈਂ, ਅੱਜ ਕੱਲ੍ਹ ਨਹੀਂ ਦਿਖਦੇ। ਚਲੋ ਇਹ ਫਿਰ ਕਹਿੰਦੇ ਹਾਂ ਅਸੀਂ ਕਿ ਕੋਈ ਬਦਲ ਨਹੀਂ ਸਕਦਾ। ਬਦਲਦਾ ਨਾ ਕੁਝ ਨਾ ਕੋਈ ਤੇ ਬਦਲਦਾ। ਔਰ ਇਹ ਆਂਦਾ ਹੈ 1353 ਪੰਨੇ ਤੇ ਆਂਦਾ ਸੀ, ਜਿੱਥੋਂ ਸੰਸਕ੍ਰਿਤੀ ਸ਼ਲੋਕ ਸ਼ੁਰੂ ਹੁੰਦੇ ਆ। ਪਰ ਦਸਮ ਪਾਤਸ਼ਾਹ ਜੀ ਨੇ ਬੜਾ ਪਿਆਰਾ ਮੰਗਲਾਚਰਨ ਵੀ ਦਿੱਤਾ ਤੇ ਜਿਹੜਾ ਉਹਨਾਂ ਨੇ ਯੂਜ਼ ਕੀਤਾ, ਮੈਨੂੰ ਉਹਦੇ ਨਾਲ ਬੜਾ ਪ੍ਰੇਮ ਹੈ। ਕਦੀ ਕੋਈ ਯਾਦ ਆਇਆ ਤੁਹਾਨੂੰ? ਸ੍ਰੀ ਅਕਾਲ ਸਹਾਏ ਕਈ ਵਾਰੀ ਯੂਜ਼ ਕੀਤਾ, ਅਸੀਂ ਕਿਉਂ ਨਹੀਂ ਯੂਜ਼ ਕਰਦੇ ਬਈ? ਕਦੀ ਲੋੜ ਪਵੇ ਤਾਂ। ਅਗਰ ਮੁਸਲਮਾਨ ਕਹਿ ਸਕਦੇ ਨੇ ਕਿ ਅੱਲਾ ਹਾਫਿਜ਼, ਖੁਦਾ ਹਾਫਿਜ਼, ਤੇ ਸ੍ਰੀ ਅਕਾਲ ਸਹਾਏ ਦਾ ਇਹੀ ਮਤਲਬ ਹੈ ਨਾ, ਪਰਮੇਸ਼ਰ ਤੇਰਾ ਹਮੇਸ਼ਾ ਸਹਾਈ ਰਵੇ। ਯੂਜ਼ ਕਰੀਏ, ਖੁੱਲ੍ਹ ਕੇ ਯੂਜ਼ ਕਰੀਏ। ਦਸਮੇਸ਼ ਪਿਤਾ ਦੀ ਦਾਤ ਹੈ ਸਾਨੂੰ ਇਹ ਬਖਸ਼ੀ ਹੋਈ। ਇੱਕ ਸ਼ਬਦ ਜਿਹੜੇ ਅਰਦਾਸ ਤੋਂ ਦੇ ਉੱਤੇ ਅਸੀਂ ਪਹਿਲੇ ਹੀ ਪੜ੍ਹਦੇ ਹਾਂ, ਪਹਿਲਾ ਲਫ਼ਜ਼ ਜਿਹੜੇ ਅਰਦਾਸ ਕਰਨ ਵੇਲੇ ਪੜ੍ਹਦੇ ਹਾਂ ਨਾ, ਅਕਸਰ ਮੈਂ ਦੇਖਿਆ ਕਿਸੇ ਨੂੰ ਵੀ ਜਿਹੜੇ ਕਥਾਕਾਰ ਨੇ ਉਹ ਉਹਦੀ ਅਰਥ ਕਰਦੇ ਹਨ। ਭਗਉਤੀ ਨੂੰ ਕੋਈ ਤਲਵਾਰ ਕਹਿੰਦਾ ਹੈ ਤੇ ਕੋਈ ਦੇਵੀ ਕਹਿੰਦਾ ਹੈ। ਭਗਉਤੀ ਦੇ ਵੈਸੇ ਤਾਂ ਮਹਾਨਕੋਸ਼ ਦੇ ਵਿੱਚ 6-7 ਅਲੱਗ-ਅਲੱਗ ਅਰਥ ਨੇ, ਪਰ ਮੈਂ ਇਸ ਨੂੰ ਇਕੱਠਾ ਜਦੋਂ ਪੜ੍ਹਾਂਗਾ ਨਾ ਪ੍ਰਥਮ ਭਗਉਤੀ, ਤਾਂ ਮੈਨੂੰ ਇਹਦਾ ਇਸ ਤਰ੍ਹਾਂ ਅਹਿਸਾਸ ਹੁੰਦਾ ਹੈ ਜਿਵੇਂ ਮਹਾਰਾਜ ਕਹਿ ਰਹੇ ਹੋਣ ਪ੍ਰਥਮ ਭਗਉਤੀ ਮੀਨ ਉਹ ਮੁੱਢਲੀ ਸ਼ਕਤੀ। ਮੁੱਢਲੀ ਸ਼ਕਤੀ ਕੌਣ ਸੀਗਾ? ਅਕਾਲ ਪੁਰਖ, ਪਰਮਾਤਮਾ, ਪਰਮੇਸ਼ਰ। ਉਹਨੂੰ ਯਾਦ ਕਰਕੇ ਪ੍ਰਥਮ ਭਗਉਤੀ ਸਿਮਰ ਕੇ ਉਹਨੂੰ ਯਾਦ ਕਰਕੇ ਫਿਰ ਅੱਗੇ ਤੁਰਦੇ। ਉਹ ਕਿਸੇ ਦੇਵੀ ਦੀ ਗੱਲ ਨਹੀਂ ਕਰ ਰਹੇ, ਕਿਸੇ ਤਲਵਾਰ ਦੀ ਵੀ ਗੱਲ ਨਹੀਂ ਕਰ ਰਹੇ। ਠੀਕ ਹੈ ਗੱਲ ਕਿ ਤਲਵਾਰ ਜਿਹੜੀ ਹੈ ਨਾ ਉਹ ਸ਼ਕਤੀ ਦਾ ਪ੍ਰਤੀਕ ਹੈ, ਪਰ ਆਪਾਂ ਇੱਥੇ ਥੋੜ੍ਹਾ ਜਿਹਾ ਉਹਨੂੰ ਸੋਧ ਲਈਏ ਤੇ ਅਸੀਂ ਉਸ ਪਰਮਾਤਮਾ ਨੂੰ ਯਾਦ ਕਰ ਲਈਏ।
हम ये भी देखा है कि ਜਿਹੜੇ ਗੁਰੂ ਸਿੱਖ ਪਿਆਰੇ ਅੰਮ੍ਰਿਤਪਾਨ ਕਰ ਲੈਂਦੇ ਨੇ ਨਾ, ਅਗਲੇ ਦਿਨ ਤੋਂ ਉਹ ਆਪਣੇ ਨਾਂ ਦੇ ਨਾਲ ਖਾਲਸਾ ਲਗਾਉਣਾ ਸ਼ੁਰੂ ਕਰ ਦਿੰਦੇ। ਖਾਲਸਾ ਦਾ ਸ਼ਬਦ ਨਹੀਂ ਸਮਝਦੇ ਅਸੀਂ, ਇਹਦੇ ਅਰਥ ਨਹੀਂ ਸਮਝਦੇ। ਅੰਮ੍ਰਿਤ ਛਕਣ ਤੋਂ ਬਾਅਦ ਬਹੁਤ ਸਮਾਂ ਚਾਹੀਦਾ ਹੈ ਤੁਹਾਨੂੰ ਖਾਲਸੇ ਦੇ ਰੂਪ ਵਿੱਚ ਆਉਣ ਨੂੰ। ਉਸੇ ਦਿਨ ਤੁਸੀਂ ਖਾਲਸਾ ਨਹੀਂ ਬਣ ਜਾਂਦੇ। ਅੰਮ੍ਰਿਤ ਛਕ ਕੇ ਜੋ ਪੰਜ ਪਿਆਰਿਆਂ ਨੇ ਸਾਨੂੰ ਸੇਧ ਦਿੱਤੀ ਹੈ, ਉਸ ਦੇ ਉੱਤੇ ਚਲਦੇ ਅਸੀਂ ਅੰਦਰੋਂ ਆਪਣੇ ਆਪ ਨੂੰ ਸਾਫ਼ ਕਰਨਾ ਹੈ। ਪਰ ਇਹ ਸ਼ਬਦ ਜਿਹੜਾ ਖਾਲਸਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕੋ ਵਾਰੀ ਆਇਆ, ਉਹ ਵੀ ਕਬੀਰ ਜੀ ਨੇ ਯੂਜ਼ ਕੀਤਾ ਹੈ। ਔਰ ਕਬੀਰ ਜੀ ਨੇ ਬੜੇ ਐਪਰੋਪਰੀਏਟ ਕੀਤਾ ਹੈ। ਉਸ ਵਕਤ ਵੀ ਜੇ ਅਰਥ ਕੀਤੇ ਜਾਣ ਤੇ ਉਹਨਾਂ ਨੂੰ ਸਮਝ ਆ ਜਾਣੀ ਚਾਹੀਦੀ ਕਿ ਇਹਦਾ ਕੀ ਮਤਲਬ ਹੈ। ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹ ਜਾਨੀ। ਸੋਰਠ ਰਾਗ ਦੇ ਵਿੱਚ ਹੈ, ਪ੍ਰੇਮ ਭਗਤ ਜਿਹ ਜਾਨੀ। ਹੁਣ ਖਾਲਸਾ ਐਕਚੁਅਲੀ ਸ਼ਬਦ ਜਿਹੜਾ ਹੈ ਇਹ ਅਰੇਬਿਕ ਭਾਸ਼ਾ ਚੋਂ ਹੈ। ਇਹਦਾ ਇੱਕ ਅਰਥ ਅਸੀਂ ਕਹਿੰਦੇ ਹਾਂ ਸਾਫ਼ ਸੁਥਰਾ, ਪਰ ਅਰਬੀ ਦੇ ਵਿੱਚ ਜੋ ਇਹਦਾ ਅਰਥ ਹੈ ਜਿਸ ਲਈ ਇਹ ਯੂਜ਼ ਹੁੰਦਾ ਹੈ ਨਾ, ਉਹ ਬੜਾ ਪਿਆਰਾ ਹੈ। ਔਰ ਉਹ ਸਾਡੀ ਫੰਡਾਮੈਂਟਲ ਜਿਹੜੀ ਸਾਡਾ ਫਿਲਾਸਫੀ ਹੈ ਨਾ, ਉਹਦੇ ਨਾਲ ਬਿਲਕੁਲ ਟੁਕਦਾ ਹੈ। ਹਰ ਇੱਕ ਬਾਦਸ਼ਾਹ ਦੇ ਨਾਂ ਦੇ ਉੱਤੇ ਉਸ ਦੇ ਰਾਜ ਵਿੱਚ ਹੀ ਇੱਕ ਵਿਸ਼ੇਸ਼ ਇਹਦਾ ਜ਼ਮੀਨ ਦਾ ਟੁਕੜਾ ਹੁੰਦਾ ਸੀ, ਜਿਸ ਦੇ ਉੱਤੇ ਉਹਦੀ ਪੂਰੀ ਮਲਕੀਅਤ ਹੈ। ਉਸ ਨੂੰ ਜਿਵੇਂ ਮਰਜ਼ੀ ਯੂਜ਼ ਕਰ ਲੇ, ਔਰ ਉਸ ਦੇ ਵਿੱਚੋਂ ਕੋਈ ਵੀ ਰੈਵਨਿਊ ਨਹੀਂ ਸੀ ਪ੍ਰਾਪਤ ਹੁੰਦਾ। ਉਹ ਬਾਦਸ਼ਾਹ ਦਾ ਆਪਣਾ ਸੀ। ਇਟ ਵਾਜ਼ ਡੈਡੀਕੇਟਡ ਟੂ ਦ ਕਿੰਗ। ਉਹ ਸਮਰਪਿਤ ਸੀ ਬਾਦਸ਼ਾਹ ਨੂੰ। ਉਸ ਟੁਕੜੇ ਨੂੰ ਖਾਲਸ ਕਹਿੰਦੇ ਸੀ। ਤੋ ਖਾਲਸਾ ਬਣਨ ਦੇ ਲਈ ਜੋ ਸਿੱਖ ਆਪਣੇ ਗੁਰੂ ਨੂੰ ਸਮਰਪਿਤ ਹੋ ਗਿਆ, ਟੋਟਲ ਸਮਰਪਿਤ, ਉਹੀ ਖਾਲਸਾ ਕਹਿਲਾਉਣ ਦੇ ਹੱਕਦਾਰ ਹੈ। ਸਭ ਕੋਈ ਜਿਹੜਾ ਹੈ ਉਹ ਆਪਣੇ ਨਾਂ ਦੇ ਪਿੱਛੇ ਖਾਲਸਾ ਲਗਾ ਲੇ, ਉਹ ਠੀਕ ਨਹੀਂ ਹੈ। ਮਿਹਨਤ ਕਰਕੇ ਖਾਲਸਾ ਦੀ ਲਕਬ ਤੱਕ ਪਹੁੰਚਿਆ ਜਾ ਸਕਦਾ ਹੈ। ਇੱਕ ਹੋਰ ਬੜੀ ਕਾਮਨ ਗੱਲ ਜਿਹੜੀ ਹੈ, ਅਸੀਂ ਕਹਿੰਦੇ ਹਾਂ ਸਤਿ ਸ੍ਰੀ ਅਕਾਲ। ਜਿੱਥੇ ਵੀ ਕਿਸੇ ਨੂੰ ਮਿਲਦੇ ਹਾਂ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਇਹ ਸਤਿ ਸ੍ਰੀ ਅਕਾਲ ਦਾ ਮਤਲਬ ਤੇ ਤੁਸੀਂ ਸਾਰੇ ਜਾਣਦੇ ਹੋ। ਸਤਿ ਸ੍ਰੀ ਅਕਾਲ, ਸਿਰਫ ਉਹ ਪਰਮਾਤਮਾ ਹੀ ਸਤ ਹੈ, ਹਮੇਸ਼ਾ ਰਹਿਣ ਵਾਲਾ ਹੈ। ਪਰ ਮੈਂ ਤੁਹਾਨੂੰ ਇਹ ਗੱਲ ਦੱਸਾਂ ਕਿ ਇਹ ਸਾਡੀ ਵਾਰ ਕਰਾਈ ਹੈ। ਜਦੋਂ ਕਿਸੇ ਵੀ ਮੁਹਿੰਮ ਤੇ ਜਾਣਾ ਹੈ, ਵਾਰ ਕਰਾਈ ਮਤਲਬ ਇਹ ਨਹੀਂ ਕਿ ਮੈਂ ਲੜਨ ਜਾਣਾ ਹੈ। ਵਾਰ ਕਰਾਈ ਦਾ ਮਤਲਬ ਜੋ ਵੀ ਅਸੀਂ ਕੰਮ ਸ਼ੁਰੂ ਕਰਨਾ ਹੈ, ਜਿਸ ਮੁਹਿੰਮ ਤੇ ਅਸੀਂ ਚੱਲੇ ਹਾਂ, ਉਦੋਂ ਅਸੀਂ ਜਕਾਰਾ ਗਜਾਉਂਦੇ ਹਾਂ, ਬੋਲੇ ਸੋ ਨਿਹਾਲ। ਉਸ ਤੇ ਜਵਾਬ ਵਿੱਚ ਸਤਿ ਸ੍ਰੀ ਅਕਾਲ। ਤੇ ਜਦੋਂ ਅਸੀਂ ਇੱਕ ਦੂਜੇ ਨੂੰ ਆਮਣੇ ਸਾਹਮਣੇ ਮਿਲਦੇ ਹਾਂ ਕੁਝ ਦੇਰ ਬਾਅਦ, ਤਾਂ ਫਿਰ ਕੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਦੀ ਹਰ ਮੁਹਿੰਮ ਦੇ ਵਿੱਚ ਜਿੱਤ ਜਿਹੜੀ ਹੈ ਨਾ, ਉਹ ਵਾਹਿਗੁਰੂ ਦੀ ਹੈ। ਵਾਹਿਗੁਰੂ ਦੀ ਜਿੱਤ ਜਿਹੜੀ ਹੈ, ਉਹ ਸਿੱਖ ਦੀ ਜਿੱਤ ਹੈ। ਕਿਉਂਕਿ ਇੱਥੇ ਆ ਗਿਆ ਨਾ ਖਾਲਸਾ। ਇਹ ਜਿੱਤ ਉਦੋਂ ਵੀ ਖਾਲਸੇ ਦੀ ਹੋਏਗੀ, ਸਿੱਖ ਦੀ ਹੋਏਗੀ, ਜਦੋਂ ਖਾਲਸਾ ਹੋਏਗਾ, ਜਦੋਂ ਉਹਦੀ ਜਿੱਤ ਹੋਏਗੀ, ਜਦੋਂ ਉਸਨੇ ਆਪਣੀ ਜਿੱਤ ਨੂੰ ਵੀ ਅਕਾਲ ਪੁਰਖ ਆਪਣੇ ਗੁਰੂ ਨੂੰ ਸਮਰਪਿਤ ਕਰ ਦਿੱਤਾ। ਤਾਂ ਮੇਰੀ ਇੰਨੀ ਕੁ ਬੇਨਤੀ ਹੈ, ਇੰਨਾ ਕੁ ਮੈਨੂੰ ਜਿੰਨੀ ਕੁ ਸਮਝ ਆਈ ਹੈ, ਮੈਂ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ। ਭੁੱਲ ਚੁੱਕ ਮਾਫ਼ ਕਰਨਾ। ਤੁਸੀਂ ਸਾਰੇ ਮੇਰੇ ਨਾਲੋਂ ਕਿਤੇ ਜ਼ਿਆਦਾ ਸਿਆਣੇ ਹੋ, ਅਤੇ ਮੈਨੂੰ ਰਾਏ ਜ਼ਰੂਰ ਪਾਓ, ਅਤੇ ਇਹਦੇ 'ਚ ਕੁਛ ਨਾ ਕੁਛ ਹੋਰ ਐਡ ਕਰ ਸਕਦੇ ਹੋ ਜੀ, ਸਦਕੇ ਕਰੋ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।